ਬਹੁਤਾ ਪਿੱਛੇ ਨਾ ਜਾਈਏ ਤਾਂ 24 ਸਾਲ 23-24 ਸਾਲ ਦੀ ਉਮਰ ਨੂੰ ਸਮਝਿਆ ਜਾਂਦਾ ਸੀ ਵੀ ਵਧੀਆ ਵਿਆਹ ਦੇ ਯੋਗ ਉਮਰ ਹੈ ਤੇ ਉਸ ਤੋਂ ਬਾਅਦ ਸਾਲ ਕੁ ਬਾਅਦ ਬੇਬੀ ਪਲਾਨ ਕਰ ਲਓ। ਹੁਣ ਤਾਂ ਵਿਆਹ ਹੀ 30 35 ਸਾਲ 'ਚ ਜਾ ਰਹੇ ਹੋਣੇ। ਸੋ ਏਜ ਨੂੰ ਤੁਸੀਂ ਕਿਵੇਂ ਵੇਖਦੇ ਹੋ ਜੀ? ਜਦੋਂ ਪੀਰੀਅਡ ਆਉਂਦਾ ਤਾਂ ਮਤਲਬ ਐਗ ਬਣ ਰਿਹਾ ਸਮਝ ਲਓ। ਓਕੇ ਐਂਡ ਦੇयर इज यूजुअली अबाउट 500 eggs मतलब समझ लो कि 500 ਚਾਂਸ ਹੈ ਪੂਰੀ ਜ਼ਿੰਦਗੀ ਦੇ ਵਿੱਚ। ਸੋ ਮਤਲਬ ਅਗਰ ਮਤਲਬ ਉਮਰ 35 ਸਾਲ ਤੋਂ ਘੱਟ ਹੈ ਤੇ ਬੇਬੀ ਨਹੀਂ ਹੋ ਰਿਹਾ, ਅਸੀਂ ਬਹੁਤ ਖੁਸ਼ ਹੁੰਦੇ ਹਾਂ ਕਿ ਹਾਂ ਇਹਦੀ ਅਸੀਂ ਜ਼ਰੂਰ ਮਦਦ ਕਰ ਸਕਦੇ ਹਾਂ। ਦੈਨ ਇੱਕ ਵਾਰੀ ਮਤਲਬ 40 ਸਾਲ ਤੋਂ ਉੱਪਰ ਹੋ ਗਏ ਦੈਨ ਇਟਸ ਵੈਰੀ ਡਿਫਿਕਲਟ। ਇਹਨਾਂ ਦਾ ਇਹ ਪੁੱਛਣਾ ਵੀ ਇਰੈਗੂਲਰ ਪੀਰੀਅਡ ਕੀ ਆਲਵੇਜ਼ ਇੱਕ ਰੈੱਡ ਫਲੈਗ ਹੁੰਦਾ ਕਿ ਪ੍ਰੈਗਨੈਂਸੀ ਨਹੀਂ ਹੋ ਸਕਦੀ ਇਹਨਾਂ ਨੂੰ ਜਦੋਂ ਇਹ ਪਲਾਨ ਕਰਨਾ ਚਾਹਣਗੇ? ਠੀਕ ਸੋ ਅਗਰ ਮਤਲਬ ਪੀਰੀਅਡਸ ਇਰੈਗੂਲਰ ਹੈ, ਇਹ ਥਾਇਰਾਇਡ ਦੀ ਪ੍ਰੋਬਲਮ ਵੀ ਹੋ ਸਕਦੀ ਹੈ ਜਾਂ ਸ਼ੂਗਰ ਦੀ ਪ੍ਰੋਬਲਮ ਵੀ ਹੋ ਸਕਦੀ ਹੈ। ਦੇ ਕੈਨ ਬੀ ਮੈਨੀ ਰੀਜ਼ਨਸ ਕਿ ਪੀਰੀਅਡਸ ਇਰੈਗੂਲਰ ਨਹੀਂ ਆ ਰਹੇ। ਲੋਕ ਤਾਂ ਅੱਜ ਕੱਲ੍ਹ ਇੱਦਾਂ ਕਹਿਣ ਲੱਗ ਗਏ, ਕਹਿੰਦੇ ਵੀ ਕੋਈ ਗੱਲ ਨਹੀਂ, ਹਜੇ ਨਹੀਂ ਅਸੀਂ ਬੱਚਾ ਪਲਾਨ ਕਰਨਾ, IVF ਤਾਂ ਹੈਗਾ, ਬਾਅਦ 'ਚ ਵੱਡੀ ਉਮਰ 'ਚ ਜਾ ਕੇ ਕਰਾ ਲਾਂਗੇ। ਅੱਛਾ, ਜਿਵੇਂ ਤੁਸੀਂ ਐਗ ਕੁਆਲਿਟੀ ਦਾ ਜ਼ਿਕਰ ਕੀਤਾ ਡਾਕਟਰ ਰੂਬੀ, ਕੀ ਸਪਰਮ ਕੁਆਲਿਟੀ ਵੀ ਏਜ ਦੇ ਨਾਲ ਘੱਟ ਜਾਂਦੀ ਹੈ? ਮਤਲਬ ਜਦੋਂ ਉਮਰ 43 ਤੱਕ ਪਹੁੰਚ ਜਾਂਦੀ ਹੈ ਉਸ ਤੋਂ ਬਾਅਦ ਉਹ IVF ਨਹੀਂ ਕਰਦੇ। ਅੱਛਾ ਜੀ, ਕਿਉਂਕਿ ਪ੍ਰੈਗਨੈਂਸੀ ਦੇ ਚਾਂਸ ਬਹੁਤ ਘੱਟ ਹੈ। ਅੱਛਾ, ਇੱਦਾਂ ਹੁੰਦਾ ਜੀ ਇਹ ਕਿ ਇੱਕ ਮੈਨ ਬਹੁਤ ਹੈਲਦੀ ਹੈ, ਉਹਨੂੰ ਕੋਈ ਹੈਲਥ ਪ੍ਰੋਬਲਮ ਨਹੀਂ, ਡਾਇਬਟੀਜ਼ ਜਾਂ ਜਿੰਨੀਆਂ ਵੀ ਆਪਾਂ ਬਿਮਾਰੀਆਂ ਦੇ ਨਾਮ ਲੈ ਸਕਦੇ ਹਾਂ, ਕੁਛ ਨਹੀਂ ਹੈਗਾ, ਸਾਰੇ ਟੈਸਟ ਉਹਦੇ ਨਾਰਮਲ ਹੈ, ਪਰ ਫਿਰ ਵੀ ਉਹਦੀ ਫਰਟੀਲਿਟੀ ਲੋ ਹੈਗੀ। ਜਿਹੜੇ ਜਿੱਥੋਂ ਸਪਰਮ ਬਣਦਾ ਟੈਸਟੀਕਲ ਜਿਹਨੂੰ ਕਹਿੰਦੇ ਉਹ ਬੋਡੀ ਤੋਂ ਬਾਹਰ ਹੈ, ਠੀਕ ਹੈ ਨਾ। ਅਗਰ ਉਹਨਾਂ ਦੀ ਟੈਂਪਰੇਚਰ ਵੱਧ ਜਾਵੇ ਤੇ ਸਪਰਮ ਕਾਊਂਟ ਘੱਟ ਸਕਦਾ। ਸੋ ਇਵਨ ਸਿੰਪਲ ਥਿੰਗਸ ਲਾਈਕ ਅਗਰ ਕਿਸੇ ਦਾ ਅੰਡਰਵੇਅਰ ਬਹੁਤ ਟਾਈਟ ਹੈ that can also reduce sperm count। ਸਵਾਲ ਦੀ ਗੱਲ ਹੈ, ਜੇ ਕੋਈ ਮਤਲਬ ਹੌਟ ਟਬ ਵਿੱਚ ਜ਼ਿਆਦਾ ਜਾਂਦਾ ਉਹਦੇ 'ਚ ਵੀ ਦੇਖਿਆ ਜਾਂਦਾ ਕਿ ਹਾਂ ਸਪਰਮ ਕਾਊਂਟ ਘੱਟ ਸਕਦੇ ਆ। ਇੱਥੇ ਆਪਾਂ ਐਲਕੋਹਲ ਦੀ ਗੱਲ ਕੀਤੀ ਸੀ, ਸਮੋਕਿੰਗ ਦੀ ਗੱਲ ਕੀਤੀ ਸੀ, ਡਰੱਗਸ ਉਹਦੇ ਨਾਲ ਜਿਹੜੀਆਂ ਤੁਸੀਂ ਇਹ ਗੱਲਾਂ ਦੱਸੀਆਂ, ਬਹੁਤਿਆਂ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੋਣੀਆਂ ਇਹ ਵੀ ਇਹਦੇ ਨਾਲ ਵੀ ਇਫੈਕਟ ਪੈ ਸਕਦਾ ਤੁਹਾਡੀ ਫਰਟੀਲਿਟੀ ਦੇ ਉੱਤੇ। ਪਰ ਜਿਨ੍ਹਾਂ ਦੇ ਸਪਰਮ ਬਹੁਤ ਘੱਟ ਹੈ, ਠੀਕ ਹੈ ਨਾ, ਉਹਨਾਂ ਲੋਕਾਂ ਦੇ ਵਿੱਚ IVF ਦਾ ਇੱਕ ਸਬ ਟਾਈਪ ਹੈ, ਉਹਨੂੰ ਅਸੀਂ ICSI ਕਹਿੰਦੇ ਹਾਂ। ਹਾਂਜੀ, ਕਦੋਂ ਇੱਕ ਬੈਸਟ ਟਾਈਮ ਹੁੰਦਾ ਜੀ ਇਹ ਕਪਲ ਸੋਚੇ ਵੀ ਹੁਣ ਮੈਨੂੰ ਆਈ ਸ਼ੁੱਡ ਗੋ ਫॉर IVF? ਫਰਟੀਲਿਟੀ ਬਾਰੇ ਅੱਜ ਗੱਲਬਾਤ ਕਰਨੀ ਹੈਗੀ ਹੈ। ਫਰਟੀਲਿਟੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਆਪਾਂ ਨੂੰ ਇੱਦਾਂ ਲੱਗਦਾ, ਖਾਸ ਤੌਰ 'ਤੇ ਸੌਰੀ ਟੂ ਸੇ ਸਾਡੀਆਂ ਸਾਊਥ ਏਸ਼ੀਅਨ ਫੈਮਲੀਜ਼ ਦੇ ਵਿੱਚ ਸਾਨੂੰ ਹੁੰਦਾ ਵੀ ਇਹ ਤਾਂ ਵਿਮਨ ਇਸ਼ੂ ਹੈ, ਇਹਦੇ ਬਾਰੇ ਤਾਂ ਔਰਤਾਂ ਦੇ ਵਿਚਕਾਰ ਹੀ ਗੱਲ ਹੋਣੀ ਚਾਹੀਦੀ ਹੈ। ਬਟ ਰਿਐਲਿਟੀ ਇਹ ਨਹੀਂ ਹੈਗੀ। ਰਿਐਲਿਟੀ ਇਹ ਹੈ ਵੀ ਇਹ ਬੋਥ ਜਿਹੜੇ ਮੇਲ ਅਤੇ ਫੀਮੇਲ ਮੈਂਬਰਸ ਨੇ ਉਹ ਇਹਦੇ 'ਚ ਇਕੁਅਲ ਰੋਲ ਹੈ ਉਹਨਾਂ ਦਾ ਸੇਮ ਸ਼ੇਅਰ ਹੈਗਾ ਇਹਦੇ ਵਿੱਚ। ਔਰ ਕਈ ਵਾਰੀ ਆਪਾਂ ਨੂੰ ਪਤਾ ਹੈ ਵੀ ਬਹੁਤ ਹੈਲਦੀ ਕਪਲ ਹੁੰਦਾ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ, ਫਿਰ ਵੀ ਜਿਹੜਾ ਬੇਬੀ ਹੈ ਉਹ ਨਹੀਂ ਹੋ ਰਿਹਾ, ਕਨਸੀਵ ਨਹੀਂ ਹੋ ਰਿਹਾ, ਬੱਚਾ ਨਹੀਂ ਹੋ ਰਿਹਾ। ਇੱਕ ਹੁਣ ਕਪਲ ਹੈਗਾ, ਉਹਦਾ ਵਿਆਹ ਹੋਇਆ, ਉਹਨਾਂ ਦੇ ਬੱਚਾ ਹੋ ਗਿਆ, ਬੜੀ ਇੱਦਾਂ ਲੱਗਦਾ ਆਪਾਂ ਨੂੰ ਹੈਪੀ ਫੈਮਿਲੀ ਹੈ। ਪਰ ਉਹ ਲੋਕਾਂ ਨੂੰ ਕਈ ਵਾਰੀ ਬਹੁਤ ਨਿਰਾਸ਼ਾ ਹੁੰਦੀ ਹੈ ਜਿਹੜੇ ਲੋਕਾਂ ਨੂੰ ਬੇਬੀ ਪਲਾਨ ਨਹੀਂ ਕਰ ਸਕਦੇ ਜਾਂ ਕੋਈ ਹੈਲਥ ਪ੍ਰੋਬਲਮਸ ਹੈਗੀਆਂ। ਉਹਨਾਂ ਦਾ ਇੱਕ ਆਪਣਾ ਹੀ ਸਿਸਟਮ ਬਣ ਜਾਂਦਾ। ਕੀ ਇਹ ਕੋਈ ਬਾਇਓਲੋਜੀਕਲ ਕਲੌਕ ਹੁੰਦਾ ਹੈ ਜਾਂ ਕੁਛ ਐਸੇ ਫੈਕਟਰ ਨੇ ਜਿਨ੍ਹਾਂ ਨੂੰ ਅਸੀਂ ਕਈ ਵਾਰੀ ਓਵਰਲੁੱਕ ਕਰ ਦਿੰਦੇ ਹਾਂ। ਅੱਜ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲਬਾਤ ਕਰਨ ਲਈ ਕਲੀਅਰ ਅਤੇ ਪ੍ਰੈਕਟੀਕਲ ਵੇ ਦੇ ਵਿੱਚ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਅੱਜ ਡਾਕਟਰ ਜਗਦੀਪ ਉੱਬੀ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਨੇ। ਡਾਕਟਰ ਜਗਦੀਪ ਉੱਬੀ ਐਸੋਸੀਏਟ ਹੈਡ ਐਜੂਕੇਸ਼ਨ ਨੇ, ਕਲੀਨਿਕਲ ਪ੍ਰੋਫੈਸਰ ਨੇ, ਫੈਸਿਲਿਟੀ ਆਫ ਮੈਡੀਸਨ ਐਟ ਡਿਪਾਰਟਮੈਂਟ ਆਫ ਓਬਸਟੈਟ੍ਰਿਕਸ ਐਂਡ ਗਾਇਨੋਕੋਲੋਜੀ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਅਤੇ ਰਾਇਲ ਕੋਲੰਬੀਅਨ ਹੌਸਪੀਟਲ ਦੇ ਵਿੱਚ ਡਾਕਟਰ ਵੀ ਨੇ, ਨਿਊ ਵੈਸਟਮਿੰਸਟਰ ਦੇ ਵਿੱਚ ਡਿਪਾਰਟਮੈਂਟ ਹੈਡ ਵੀ ਨੇ ਰਾਇਲ ਕੋਲੰਬੀਅਨ ਹੌਸਪੀਟਲ ਦੇ। ਜੇ ਤੁਹਾਡੇ ਬੇਬੀ ਹੋਇਆ ਰੀਸੈਂਟਲੀ ਜਾਂ ਪਿਛਲੇ ਕੁਝ ਸਾਲਾਂ ਦੇ ਵਿੱਚ ਤਾਂ ਤੁਸੀਂ ਡਾਕਟਰ ਜਗਦੀਪ ਉੱਬੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ। ਮੈਂ ਇਹਨਾਂ ਦੀ ਇੱਕ ਵੀਡੀਓ ਦੇਖ ਰਹੀ ਸੀ, ਇੰਨਾ ਵਧੀਆ ਲੱਗ ਰਿਹਾ ਸੀ ਛੋਟੇ ਛੋਟੇ ਬੱਚਿਆਂ ਨੂੰ ਜਦੋਂ ਦੇ ਨਾਲ ਇਹ ਕਿ ਕਿੱਦਾਂ ਉਹਨਾਂ ਦੀ ਕੇਅਰ ਕਰਦੇ ਆ, ਬੱਚਿਆਂ ਨੂੰ ਡਿਲੀਵਰ ਕਰਦੇ ਆ ਰਾਇਲ ਕੋਲੰਬੀਅਨ ਹੌਸਪੀਟਲ ਦੇ ਵਿੱਚ। ਜੇ ਤੁਹਾਡੇ ਬੱਚੇ ਦਾ ਬਰਥ ਹੋਇਆ ਤਾਂ ਤੁਸੀਂ ਇਹਨਾਂ ਤੋਂ ਬੜਾ ਬਾਖੂਬੀ ਵਾਕਿਫ ਹੋਵੋਗੇ। ਡਾਕਟਰ ਉੱਬੀ, ਸਤਿ ਸ਼੍ਰੀ ਅਕਾਲ, ਵੈਲਕਮ ਟੂ ਦ ਸ਼ੋ। ਸਤਿ ਸ਼੍ਰੀ ਅਕਾਲ ਜੀ। ਸਭ ਸਰੋਤਿਆਂ ਨੂੰ ਵੀ ਮੈਂ ਦਿਲ ਭਰੀ ਸਤਿ ਸ਼੍ਰੀ ਅਕਾਲ ਬੁਲਾਉਣੀ ਚਾਹੁੰਦਾ। ਔਰ ਅੱਧੇ ਸਰੋਤੇ ਤਾਂ ਤੁਹਾਨੂੰ ਜਾਣਦੇ ਹੀ ਹੋਣੇ ਕਿਉਂਕਿ ਉਹਨਾਂ ਦੇ ਬੱਚੇ ਤੁਹਾਡੇ ਹੱਥਾਂ ਦੇ ਵਿੱਚ ਬੋਰਨ ਹੋਏ ਆ ਜੀ। ਇਹ ਗੱਲ ਤਾਂ ਹੋ ਹੀ ਜਾਂਦੀ ਹੈ ਕਿਉਂਕਿ ਹੁਣ ਕੰਮ ਕਰਦੇ ਨੂੰ ਵੀ 30 ਸਾਲ ਹੋ ਗਏ। 30 ਸਾਲ, ਸੋ ਉਸ ਦਰਮਿਆਨ ਤੁਸੀਂ ਸੋਚ ਸਕਦੇ ਹੋ ਕਿ ਕਿੰਨੇ ਬੱਚੇ, ਬਿਲਕੁਲ ਗਿਣਤੀ ਤਾਂ ਨਹੀਂ ਹੋਣੀ ਕੋਈ ਡਾਕਟਰ ਵੀ, ਬਿਲਕੁਲ ਹਜ਼ਾਰਾਂ ਦੇ ਵਿੱਚ ਹੈ। ਪਰ ਮਤਲਬ ਖੁਸ਼ੀ ਹੁੰਦੀ ਹੈ ਕਿ ਫੈਮਿਲੀ ਜਦੋਂ ਵੱਧਦੀ ਹੈ ਐਂਡ ਮਤਲਬ ਤੁਸੀਂ ਕਿਸੇ ਦੀ ਮਦਦ ਕਰਦੇ ਹੋ। ਡਾਕਟਰ ਉੱਬੀ ਕਹਿੰਦੇ ਹੁੰਦੇ ਆ ਨਾ ਵੀ ਇਨਸਾਨ ਹਸਪਤਾਲ ਦੇ ਨਾਮ ਤੋਂ ਡਰਦਾ ਹੈ, ਔਰ ਆਪਾਂ ਉਦੋਂ ਹੀ ਜਾਂਦੇ ਹਾਂ ਜਦੋਂ ਕੋਈ ਦੁੱਖ ਤਕਲੀਫ ਆਉਂਦੀ ਹੈ। ਸਿਰਫ ਇਹੀ ਇੱਕ ਮੂਮੈਂਟ ਹੁੰਦੀ ਹੈ ਜਿਹਦੇ ਵਿੱਚ ਤੁਸੀਂ ਖੁਸ਼ੀ ਦੇ ਵਿੱਚ ਹਸਪਤਾਲ ਜਾਂਦੇ ਹੋ। ਬਿਲਕੁਲ, ਮੈਂ ਵੀ ਹਮੇਸ਼ਾ ਹੀ ਮਜ਼ਾਕ ਕਰਦਾ ਕਿ ਬਾਕੀ ਦੇ ਡਾਕਟਰ ਤਾਂ ਮਤਲਬ ਬਿਮਾਰੀਆਂ ਨੂੰ ਹੀ
ਬਿਮਾਰੀਆਂ ਦਾ ਇਲਾਜ ਕਰਦੇ ਆ, ਅਸੀਂ ਖੁਸ਼ੀ ਦਾ ਇਲਾਜ ਖੁਸ਼ੀ ਕਰਦੇ ਦਾ ਆ। ਇਲਾਜ ਬਿਲਕੁਲ, ਕਰਦੇ ਆ। ਆਈ ਥਿੰਕ ਬਹੁਤ ਵਧੀਆ ਤੁਹਾਡੀ ਤਾਂ ਮਤਲਬ ਜੌਬ, ਇੱਕ ਉਹ ਕਹਿੰਦੇ ਹੁੰਦੇ ਨਾ ਰੱਬ ਤੋਂ ਬਾਅਦ ਦੂਜਾ ਡਾਕਟਰ ਹੁੰਦਾ, ਤੇ ਤੁਸੀਂ ਤਾਂ ਇੱਕ ਬੱਚੇ ਨੂੰ ਬਰਥ ਦੇ ਰਹੇ ਹੋ। ਆਈ ਥਿੰਕ ਬਹੁਤ ਪ੍ਰੈਸ਼ੀਅਸ ਮੂਮੈਂਟ ਹੈਗੀ ਹੈ। ਪਰ ਜਿਹੜੀ ਗੱਲ ਸ਼ੁਰੂ ਕਰਾਂਗੇ ਡਾਕਟਰ ਉਭੀ, ਕਿ ਜਿਵੇਂ ਮੈਂ ਜ਼ਿਕਰ ਕੀਤਾ ਕਿ ਮਾਰਚ ਜਿਹੜਾ ਹੈਗਾ ਵਿਮਨ ਹੈਲਥ ਰਿਸਰਚ ਮੰਥ ਹੈ, ਨੋ ਡਾਊਟ ਆਪਾਂ ਮੇਲ ਫੀਮੇਲ ਫਰਟੀਲਿਟੀ ਦੀ ਗੱਲ ਕਰ ਰਹੇ ਹਾਂ, ਪਰ ਵਿਮਨ ਤੋਂ ਸਟਾਰਟ ਕਰਾਂਗੇ ਕਿਉਂਕਿ ਵਿਮਨ ਨੂੰ ਹੀ ਹਮੇਸ਼ਾ ਬਲੇਮ ਕੀਤਾ ਜਾਂਦਾ ਜਦੋਂ ਵੀ ਕੋਈ ਫਰਟੀਲਿਟੀ ਇਸ਼ੂ ਆ ਜਾਂਦਾ ਹੈ, ਖਾਸ ਤੌਰ 'ਤੇ ਸਾਡੀਆਂ ਕਮਿਊਨਿਟੀਜ਼ ਦੇ ਵਿੱਚ ਅਜਿਹਾ ਹੁੰਦਾ। ਕਿ ਵਾਕਈ ਜੀ ਫਰਟੀਲਿਟੀ ਸਿਰਫ ਇੱਕ ਵਿਮਨ ਇਸ਼ੂ ਹੈ? ਬਿਲਕੁਲ ਨਹੀਂ, ਬਿਕਾਜ਼ ਮਤਲਬ ਤੁਸੀਂ ਸੋਚ ਸਕਦੇ ਕਿ ਬੱਚਾ ਪੈਦਾ ਕਰਨ ਵਾਸਤੇ ਮਾਂ ਦੀ ਜ਼ਰੂਰਤ ਵੀ ਆ, ਬਾਪ ਦੀ ਜ਼ਰੂਰਤ। ਜੀ ਬਿਲਕੁਲ, ਕਿਉਂਕਿ ਵੈਸੇ ਤਾਂ ਅਗਰ ਸੋਚਿਆ ਜਾਵੇ ਮਤਲਬ ਬੇਬੀ ਪੈਦਾ ਕਰਨ ਵਾਸਤੇ ਤੁਹਾਨੂੰ 3 ਚੀਜ਼ਾਂ ਦੀ ਲੋੜ ਹੈ। ਇੱਕ ਤਾਂ ਚਾਹੀਦੇ ਐਗਸ, ਠੀਕ ਹੈ ਨਾ, ਮਤਲਬ ਜਿਹੜੀ ਮਾਂ ਉਹਦੇ ਓਵਰੀ ਦੇ ਵਿੱਚ ਜਿਹੜੇ ਇੱਕ ਕਿਸਮ ਦਾ ਔਰਗਨ ਹੈ, ਉਹਦੇ ਵਿੱਚੋਂ ਅੰਡੇ ਬਣਦੇ ਆ, ਉਸਨੂੰ ਅਸੀਂ ਐਗਸ ਕਹਿੰਦੇ, ਠੀਕ ਹੈ ਨਾ। ਐਗਸ ਉੱਥੋਂ ਬਣਦੇ ਆ, ਪਰ ਸਪਰਮ ਵੀ ਚਾਹੀਦਾ ਆਦਮੀ ਤੋਂ। ਸੋ ਉਹ ਵੀ ਸੋਚ ਸਕਦੇ ਕਿ ਦੂਸਰੀ ਚੀਜ਼ ਹੈ। ਅਤੇ ਤੀਸਰੀ ਚੀਜ਼ ਜਿਹੜੀ ਹੈ, ਕੋਈ ਰਸਤਾ ਚਾਹੀਦਾ ਜਿਹਦੇ ਨਾਲ ਕਿ ਐਗ ਅਤੇ ਸਪਰਮ ਇਕੱਠੇ ਮਿਲ ਸਕਣ। ਸੋ ਜਦੋਂ ਅਸੀਂ ਦੇਖਦੇ ਹਾਂ ਕਿ ਮਤਲਬ ਕਿਸੇ ਦਾ ਬੱਚਾ ਨਹੀਂ ਹੋ ਰਿਹਾ, ਇਹਨਾਂ 3 ਚੀਜ਼ਾਂ ਵਿੱਚ ਇੱਕ ਚੀਜ਼ ਦੀ ਪ੍ਰੋਬਲਮ ਹੋ ਜਾਂਦੀ ਹੈ। ਐਂਡ ਇਹ ਮਤਲਬ ਥੋੜ੍ਹਾ ਜਨਰਲਾਈਜੇਸ਼ਨ ਹੈ, ਪਰ ਕਈ ਵਾਰੀ ਇਹ ਸੋਚਦੇ ਕਿ 25% ਚਾਂਸ ਹੈ ਕਿ ਮਤਲਬ ਐਗਸ ਦੀ ਪ੍ਰੋਬਲਮ ਹੈ, 25% ਚਾਂਸ ਮਤਲਬ ਰਸਤੇ ਦੀ ਪ੍ਰੋਬਲਮ ਹੈ, 25% ਆਦਮੀ ਦੀ ਪ੍ਰੋਬਲਮ ਹੈ, ਅਤੇ 25% ਜਿਹੜਾ ਬਚ ਗਿਆ ਕਈ ਵਾਰੀ ਸਾਨੂੰ ਨਹੀਂ ਪਤਾ ਲੱਗਦਾ, ਜਾਂ ਕੰਬੀਨੇਸ਼ਨ ਚੀਜ਼ ਹੈ। ਅਤੇ ਇਹ ਵੀ ਮੈਂ ਮਤਲਬ ਇਹ ਜਨਰਲਾਈਜ਼ ਕੀਤਾ ਕਿ ਮਤਲਬ 25% ਹੈ, ਪਰ ਇੱਕ ਤੋਂ ਜ਼ਿਆਦਾ ਚੀਜ਼ ਵੀ ਗਲਤ ਹੋ ਸਕਦੀਆਂ ਨੇ। ਜੀ, ਉਹ ਫਿਰ ਜ਼ਿਆਦਾ ਕੰਪਲੀਕੇਸ਼ਨਸ ਹੋ ਸਕਦੀਆਂ। ਜੀ ਹਾਂ, ਮਤਲਬ ਕਈ ਵਾਰੀ ਸੋਚਦੇ ਕਿ ਹਾਂ ਐਗਸ ਦੀ ਪ੍ਰੋਬਲਮ ਹੈ, ਪਰ ਫਿਰ ਅਸੀਂ ਜਦੋਂ ਮੈਨੂੰ ਉਹਨਾਂ ਦੀ ਟੈਸਟ ਕਰਦੇ ਆ, ਉਹਨਾਂ ਦਾ ਸੀਮਨ ਐਨਾਲਿਸਿਸ ਕਰਦੇ ਆ, ਸਪਰਮ ਟੈਸਟ ਕਰਦੇ ਆ, ਉਹਦੇ 'ਚ ਵੀ ਪ੍ਰੋਬਲਮ ਹੋ ਸਕਦੀ ਹੈ। ਹਾਂਜੀ। ਸੋ ਆਮ ਤੌਰ 'ਤੇ ਇੱਕ ਚੀਜ਼ ਨਹੀਂ, ਪਰ ਇੱਕ ਚੀਜ਼ ਤੋਂ ਜ਼ਿਆਦਾ ਵੀ ਹੋ ਸਕਦੀ ਹੈ। ਜੀ ਠੀਕ ਹੈ। ਕਦੇ ਇੱਦਾਂ ਵੀ ਹੁੰਦਾ ਡਾਕਟਰ ਸਾਹਿਬ ਕਿ ਇੱਕ ਕਪਲ ਹੈ, ਉਹਨੂੰ ਲੱਗ ਰਿਹਾ ਵੀ ਦੋਨੋਂ ਹੈਲਦੀ ਨੇ, ਕੋਈ ਪ੍ਰੋਬਲਮ ਵੀ ਹੈ ਨਹੀਂ, ਜਿਵੇਂ ਤੁਸੀਂ ਟੈਸਟਿੰਗ ਦੀ ਗੱਲ ਕੀਤੀ, ਪਰ ਫਿਰ ਵੀ ਫਰਟੀਲਿਟੀ ਚੈਲੰਜਸ ਆਉਂਦੇ ਨੇ? ਜੀ ਹਾਂ, ਬਿਲਕੁਲ, ਕਿਉਂਕਿ ਮਤਲਬ ਇਹ ਮਤਲਬ ਕੁਦਰਤ ਵੱਲੋਂ, ਰੱਬ ਵੱਲੋਂ ਭਾਵੇਂ ਸਮਝ ਲਓ, ਇੱਕ ਖਾਸ ਚੀਜ਼ ਹੈ ਕਿ ਕਿਸ ਤਰ੍ਹਾਂ ਬਣਾਈ ਮਸ਼ੀਨ, ਕਿਸ ਤਰ੍ਹਾਂ ਬਣਾਈ ਹੈ ਰੱਬ ਨੇ, ਜਿਹੜੀ ਹਿਊਮਨ ਬਾਡੀ ਹੈ। ਅਸੀਂ ਇਨਸਾਨ ਹੈ, ਅਸੀਂ ਮਤਲਬ ਸਾਡੀ ਰਿਸਰਚ ਚੱਲਦੀ ਰਹਿੰਦੀ ਹੈ। ਸੋ ਆਮ ਤੌਰ 'ਤੇ ਅਸੀਂ ਹਮੇਸ਼ਾ ਲੱਭਦੇ ਰਹਿੰਦੇ ਹਾਂ ਕਿ ਕਿੱਥੇ ਨੁਕਸ ਹੋ ਸਕਦਾ, ਪਰ 15% ਚਾਂਸ ਹੈ ਸਾਨੂੰ ਬਿਲਕੁਲ ਨਹੀਂ ਪਤਾ ਲੱਗਦਾ ਕਿ ਹਾਂ ਮਾਂ ਦੀ ਸਿਹਤ ਵੀ ਠੀਕ ਹੈ, ਫਾਦਰ ਦੀ ਸਿਹਤ ਵੀ ਠੀਕ ਹੈ, ਐਂਡ ਕੋਈ ਮਤਲਬ ਕੋਈ ਨੁਕਸ ਨਹੀਂ ਨਜ਼ਰ ਆ ਰਿਹਾ, ਅਤੇ ਤਾਂ ਵੀ ਉਹਨਾਂ 'ਚ 15% ਚਾਂਸ ਅਸੀਂ ਉਹਨੂੰ ਅਨਐਕਸਪਲੇਨਡ ਇਨਫਰਟੀਲਿਟੀ ਕਹਿ ਦਿੰਦੇ ਹਾਂ। ਮਤਲਬ ਉਹਦੇ 'ਚ ਕੁਛ ਚੀਜ਼ ਹੈ, ਸਾਨੂੰ ਹਾਲੇ ਤੱਕ ਮਤਲਬ ਜਾਂਚ ਨਹੀਂ ਆਈ, ਮਤਲਬ ਟਾਈਮ ਦੇ ਨਾਲ ਕੀ ਪਤਾ ਰਿਸਰਚ ਦੇ ਨਾਲ ਜ਼ਿਆਦਾ ਪਤਾ ਲੱਗ ਜਾਵੇ, ਪਰ ਜੀ ਹਾਂ, ਕਿਉਂਕਿ ਬਹੁਤ ਵਾਰੀ ਕਪਲਸ ਤੋਂ ਅਜਿਹਾ ਸੁਣੀਦਾ ਵੀ ਅਸੀਂ ਤਾਂ ਸਾਰੇ ਟੈਸਟ ਵੀ ਕਰਾ ਲਏ, ਦੋਨਾਂ ਦੇ ਮੀਆਂ ਬੀਵੀ ਦੇ ਟੈਸਟ ਬਿਲਕੁਲ ਨਾਰਮਲ ਨੇ, ਪਰ ਫਿਰ ਵੀ ਪ੍ਰੋਬਲਮ ਕਿੱਥੇ ਹੈਗੀ? ਪਰ ਫਿਰ ਕਿੱਥੇ ਹੁੰਦੀ ਹੈ ਜੀ ਪ੍ਰੋਬਲਮ? ਕੀ ਟਾਈਮਿੰਗ ਹੀ ਉਹੋ ਜਿਹੀ ਮਤਲਬ ਬਣ ਜਾਂਦੀ ਹੈ ਰੱਬੋਂ ਹੀ, ਕਿ ਕੀ ਪ੍ਰੋਬਲਮ ਹੁੰਦੀ ਹੈ? ਹਾਂ, ਮਤਲਬ ਜਦੋਂ ਕੋਈ ਇਲਾਜ ਕਰਵਾਉਂਦਾ, ਫਿਰ ਅਸੀਂ ਉਸ ਟਾਈਮ 'ਤੇ ਥੋੜ੍ਹੀ ਜਿਹੀ ਐਜੂਕੇਸ਼ਨ ਐਨਾਲਿਸਿਸ ਕਰਦੇ ਹਾਂ। ਹਾਂ ਜੀ ਹਾਂ, ਮਤਲਬ ਐਜੂਕੇਸ਼ਨ ਵੀ, ਮਤਲਬ ਕਿ ਕਦੋਂ ਵਾਟਸ ਦ ਬੈਸਟ ਟਾਈਮ, ਕਿ ਕਦੋਂ ਕੋਸ਼ਿਸ਼ ਕਰਨੀ ਚਾਹੀਦੀ ਕਿ ਬੇਬੀ, ਠੀਕ ਹੈ ਨਾ। ਮਤਲਬ ਕਈ ਵਾਰੀ ਪ੍ਰੈਗਨੈਂਸੀ ਰੋਕਣ ਵਾਸਤੇ ਅਸੀਂ ਕੈਲੰਡਰ ਵਰਤਦੇ ਹਾਂ, ਠੀਕ ਹੈ, ਕੈਲੰਡਰ ਮੈਥਡ ਵਰਤਦੇ ਹਾਂ। ਉਹਦੇ ਨਾਲ ਇਹ ਹੈ ਕਿ ਮਤਲਬ ਪ੍ਰੈਗਨੈਂਸੀ ਨਹੀਂ ਹੁੰਦੀ। ਸੋ ਅਗਰ ਤੁਸੀਂ ਠੀਕ ਟਾਈਮ 'ਤੇ ਨਾ ਤੁਹਾਡਾ ਕਨੈਕਸ਼ਨ ਨਾ ਬਣੇ, ਦੈਨ ਇਟ ਕੁਡ ਬੀ ਕਿ ਮਤਲਬ ਉਸ ਟਾਈਮ 'ਤੇ ਪ੍ਰੋਬਲਮ ਹੋ ਸਕਦੀ ਹੈ। ਲੋਕਾਂ ਦੇ, ਖਾਸ ਤੌਰ 'ਤੇ ਯੰਗ ਜਨਰੇਸ਼ਨ ਦੇ ਸੋਚਣ ਦਾ ਤਰੀਕਾ ਬਦਲ ਗਿਆ। ਉਹਨਾਂ ਨੂੰ ਹੁਣ ਲੱਗਦਾ ਨਹੀਂ ਵੀ ਠੀਕ ਹੈ, ਪਹਿਲਾਂ ਤਾਂ ਉਹਨਾਂ ਨੇ ਵਿਆਹ ਬਹੁਤ ਲੇਟ ਕਰਾਉਣੇ ਨੇ, ਫਿਰ ਉਹਨਾਂ ਨੇ ਬੇਬੀ ਬਹੁਤ ਲੇਟ ਪਲਾਨ ਕਰਨੇ ਨੇ। ਸੋ ਏਜ ਹੈ ਜੀ ਜਿਹੜੀ, ਕਿ ਇੱਕ ਬਹੁਤ ਵੱਡਾ ਫੈਕਟਰ ਹੈਗਾ, ਜਾਂ ਜਿਹਨੂੰ ਲੋਕ ਅਕਸਰ ਇਗਨੋਰ ਕਰ ਦਿੰਦੇ ਨੇ, ਜਾਂ ਫਿਰ ਤੁਹਾਨੂੰ ਲੱਗਦਾ ਵੀ ਹੁਣ ਜਿਵੇਂ ਸਮਾਂ ਬਦਲ ਰਿਹਾ, ਅੱਗੇ ਹੁੰਦਾ ਸੀ ਵੀ ਬਹੁਤਾ ਪਿੱਛੇ ਨਾ ਜਾਈਏ ਤਾਂ 23-24 ਸਾਲ ਦੀ ਉਮਰ ਨੂੰ ਸਮਝਿਆ ਜਾਂਦਾ ਸੀ ਵੀ ਵਧੀਆ ਵਿਆਹ ਦੇ ਯੋਗ ਉਮਰ ਹੈ, ਤੇ ਉਸ ਤੋਂ ਬਾਅਦ ਸਾਲ ਕੁ ਬਾਅਦ ਬੇਬੀ ਪਲਾਨ ਕਰ ਲਓ। ਹੁਣ ਤਾਂ ਵਿਆਹ ਹੀ 35 ਸਾਲ 'ਚ ਜਾ ਰਹੇ ਹੋਣੇ। ਸੋ ਏਜ ਨੂੰ ਤੁਸੀਂ ਕਿਵੇਂ ਵੇਖਦੇ ਹੋ ਜੀ? ਠੀਕ ਹੈ, ਇਹ ਮਤਲਬ ਸਮਾਜਿਕ ਚੇਂਜਸ ਨੇ, ਹੈ ਨਾ। ਐਂਡ ਜਿਹੜੀ ਏਜ ਹੈ, ਇਹ ਬਹੁਤ ਇੰਪੋਰਟੈਂਟ ਚੀਜ਼ ਹੈ, ਸਪੈਸ਼ਲੀ ਫॉर ਐਗ ਪ੍ਰੋਡਕਸ਼ਨ ਜਿਹੜੀ ਗੱਲ ਹੈ। ਸੋ ਅਗਰ ਮੈਂ ਤੁਹਾਨੂੰ ਬਾਇਓਲੋਜੀ ਦੇ ਬਾਰੇ ਦੱਸਾਂ ਥੋੜ੍ਹਾ ਜਿਹਾ, ਜਦੋਂ ਕੋਈ ਬੱਚੀ ਪੈਦਾ ਹੁੰਦੀ ਹੈ, ਲਾਈਕ ਨਿਊ ਬੋਰਨ ਬੇਬੀ ਗਰਲ, ਠੀਕ ਹੈ ਨਾ, ਉਹਦੇ ਵਿੱਚ ਹੁਣ 2 ਮਿਲੀਅਨ ਐਗਸ ਹੁੰਦੇ ਆ। ਅੱਛਾ, ਐਟ ਬਰਥ, ਦੈਟਸ, ਅਤੇ ਉਹ ਘਟਨੇ ਸ਼ੁਰੂ ਹੋਏ ਇੱਕਦਮ ਹੀ।
ਸੋ ਬਾਈ ਦ ਟਾਈਮ ਕਿ ਮਤਲਬ ਉਹਦੀ ਉਮਰ ਮਤਲਬ ਜਦੋਂ ਪਹਿਲਾ ਪੀਰੀਅਡ ਸ਼ੁਰੂ ਹੁੰਦਾ ਸਮਝ ਲਓ 12 ਸਾਲ ਤੇ ਉਹਦੇ ਵਿੱਚ ਸਿਰਫ ਤਿੰਨ about 300,000 eggs ਹੁੰਦੇ ਆ ਮਤਲਬ 3 ਲੱਖ ਰਹਿ ਗਏ ਬਸ 2 ਮਿਲੀਅਨ ਤੋਂ ਮਤਲਬ ਐਂਡ ਦੈਨ ਇਨ ਆਪਣੀ ਜ਼ਿੰਦਗੀ ਦੇ ਵਿੱਚ ਮਤਲਬ ਜਿਹੜੇ ਜਦੋਂ ਪੀਰੀਅਡ ਆਉਂਦਾ ਤਾਂ ਮਤਲਬ ਐਗ ਬਣ ਰਿਹਾ ਸਮਝ ਲਓ ਓਕੇ ਐਂਡ ਦੇਰ ਇਜ਼ ਯੂਜਲੀ ਅਬਾਊਟ 500 ਐਗਸ ਮਤਲਬ ਸਮਝ ਲਓ ਕਿ 500 ਚਾਂਸ ਹੈ ਪੂਰੀ ਜ਼ਿੰਦਗੀ ਦੇ ਵਿੱਚ ਪਰ ਇਹ ਵੀ ਹੈ ਕਿ ਜਿਸ ਤਰ੍ਹਾਂ ਉਮਰ ਵੱਧਦੀ ਹੈ ਯੂ نو ਉਹ ਐਗਸ ਛੇਤੀ ਘਟਣੇ ਸ਼ੁਰੂ ਹੋ ਜਾਂਦੇ ਆ ਠੀਕ ਹੈ ਜੀ ਸੋ ਇੱਕ ਤਾਂ ਮਤਲਬ ਕੁਆਂਟੀਟੀ ਘੱਟ ਜਾਂਦੀ ਹੈ ਮਤਲਬ ਐਂਡ ਵੀ ਸੀ ਦੈਟ ਕਿ ਮਤਲਬ 35 ਸਾਲ ਦੀ ਉਮਰ ਤੋਂ ਬਾਅਦ ਬਹੁਤ ਛੇਤੀ ਘਟਣੇ ਸ਼ੁਰੂ ਹੋ ਜਾਂਦੇ ਆ ਸੋ ਮਤਲਬ ਅਗਰ ਮਤਲਬ ਉਮਰ 35 ਸਾਲ ਤੋਂ ਘੱਟ ਹੈ ਤੇ ਬੇਬੀ ਨਹੀਂ ਹੋ ਰਿਹਾ ਅਸੀਂ ਬਹੁਤ ਖੁਸ਼ ਹੁੰਦੇ ਹਾਂ ਕਿ ਹਾਂ ਇਹਦੀ ਅਸੀਂ ਜ਼ਰੂਰ ਮਦਦ ਕਰ ਸਕਦੇ ਹਾਂ ਮਤਲਬ ਇਹ ਨਹੀਂ ਹੈ ਕਿ ਟ੍ਰੀਟਮੈਂਟ ਨਹੀਂ ਹੈ ਪਰ ਜਿਹੜੀ ਕੰਪਲਿਕੇਸ਼ਨਸ ਉਹ ਜ਼ਿਆਦਾ ਵੱਧ ਜਾਂਦੇ 35 ਸਾਲ ਦੀ ਉਮਰ ਐਂਡ ਦੈਨ ਇੱਕ ਵਾਰੀ ਮਤਲਬ 40 ਸਾਲ ਤੋਂ ਉੱਪਰ ਹੋ ਗਏ ਦੈਨ ਇਟਸ ਵੈਰੀ ਵੈਰੀ ਡਿਫਿਕਲਟ ਮਤਲਬ ਪ੍ਰੈਗਨੈਂਸੀਜ਼ ਅਸੀਂ ਦੇਖਦੇ ਹਾਂ ਜੀ ਹਾਂ ਬਿਲਕੁਲ ਪਰ ਚੈਲੰਜਸ ਵੱਧ ਜਾਂਦੇ ਆ ਚੈਲੰਜਸ ਵੱਧ ਜਾਂਦੇ ਆ ਇਹੀ ਹੈ ਕਿ ਐਂਡ ਨਾਟ ਓਨਲੀ ਕਿ ਨੰਬਰ ਘੱਟ ਜਾਂਦੇ ਪਰ ਐਗ ਦੀ ਕੁਆਲਿਟੀ ਵੀ ਘੱਟ ਜਾਂਦੀ ਹੈ ਸੋ ਅਗਰ ਪ੍ਰੈਗਨੈਂਸੀ ਹੋ ਵੀ ਜਾਵੇ ਤਾਂ ਮਿਸਕੈਰੇਜ ਦੇ ਚਾਂਸ ਥੋੜੇ ਜ਼ਿਆਦਾ ਵਧਣੇ ਸ਼ੁਰੂ ਹੋ ਜਾਂਦੇ ਆ ਮਤਲਬ ਪ੍ਰੈਗਨੈਂਸੀ ਗਵਾਚ ਜਾਂਦੀ ਹੈ ਜਾਂ ਬੱਚੇ 'ਚ ਕੁਛ ਨੁਕਸ ਹੋ ਸਕਦਾ ਕੋਈ ਕ੍ਰੋਮੋਸੋਮ ਪ੍ਰੋਬਲਮ ਹੋ ਸਕਦੀ ਹੈ ਸੋ 35 ਸਾਲ ਦੀ ਉਮਰ ਤੋਂ ਬਾਅਦ ਅਸੀਂ ਇਹ ਵੀ ਜ਼ਰੂਰ ਦੇਖਦੇ ਹਾਂ ਕਿ ਇਹ ਚੀਜ਼ਾਂ ਅਸੀਂ ਜ਼ਿਆਦਾ ਦੇਖਦੇ ਸੋ ਬੇਸਿਕਲੀ ਜਿਵੇਂ ਜਿਵੇਂ ਇਨਸਾਨ ਏਜ ਹੁੰਦਾ ਜਿਵੇਂ ਤੁਸੀਂ 35 ਦੀ ਦੱਸ ਰਹੇ ਹੋ ਐਗ ਕੁਆਲਿਟੀ ਘਟ ਜਾਂਦੀ ਹੈ ਐਗ ਦੇ ਨੰਬਰਸ ਡਿਕਰੀਜ਼ ਹੋ ਜਾਂਦੇ ਹੈ ਤੇ ਹਾਰਮੋਨਸ ਤਾਂ ਨੈਚੁਰਲੀ ਫਿਰ ਇਹਦੇ 'ਚ ਰੋਲ ਪਲੇ ਕਰਦੇ ਹੀ ਹੈ ਬਿਲਕੁਲ ਕਿਉਂਕਿ ਜਿਹੜੇ ਹਾਰਮੋਨਸ ਹੈ ਉਹ ਐਗਸ ਤੋਂ ਹੀ ਆਉਂਦੇ ਆ ਸੋ ਜਿਸ ਤਰ੍ਹਾਂ ਉਹ ਐਗ ਬਣਦਾ ਉਸੇ ਤਰ੍ਹਾਂ ਉਹ ਮਤਲਬ ਜਿਹੜੇ ਐਸਟ੍ਰੋਜਨ ਜਾਂ ਪ੍ਰੋਜੈਸਟਰੋਨ ਇਹ ਮੇਨ ਹਾਰਮੋਨਸ ਨੇ ਇਹ ਉਹਨਾਂ ਤੋਂ ਹੀ ਆਉਂਦੇ ਆ ਸੋ ਅਗਰ ਮਤਲਬ ਐਗਸ ਦੀ ਕੁਆਲਿਟੀ ਘੱਟ ਜਾਂਦੀ ਹੈ ਨੰਬਰ ਘੱਟ ਜਾਂਦੇ ਆ ਦੈਨ ਇਹ ਹਾਰਮੋਨਸ ਦੀ ਵੀ ਕਮੀ ਹੋ ਜਾਂਦੀ ਹੈ ਤੇ ਪੀਰੀਅਡਸ ਵਿੱਚ ਵੀ ਥੋੜਾ ਫਰਕ ਪੈਣਾ ਸ਼ੁਰੂ ਹੋ ਜਾਂਦਾ ਇਰੈਗੂਲਰ ਪੀਰੀਅਡਸ ਆਉਣੇ ਸ਼ੁਰੂ ਹੋ ਜਾਂਦੇ ਆ ਮਤਲਬ ਪੀਰੀਅਡ ਹਰ ਮਹੀਨੇ ਰੈਗੂਲਰ ਤੌਰ ਤੇ ਨਹੀਂ ਆਉਂਦਾ ਸੋ ਅਸੀਂ ਅਗਰ ਪੀਰੀਅਡਸ ਨਹੀਂ ਆ ਰਹੇ ਠੀਕ ਤਰ੍ਹਾਂ ਇਹ ਵੀ ਨਿਸ਼ਾਨੀ ਹੋ ਸਕਦੀ ਹੈ ਕਿ ਐਗਸ ਵਿੱਚ ਕੁਝ ਨੁਕਸ ਹੈ ਜੀ ਡਾਕਟਰ ਰੂਬੀ ਜਦੋਂ ਆਪਾਂ ਕਹਿੰਦੇ ਆ ਵੀ ਏਜ ਦੀ ਗੱਲ ਕਰਦੇ ਆ ਇੱਕ ਤਾਂ ਏਜ ਤੁਸੀਂ ਕਿਹਾ ਕਿ ਬਹੁਤ ਵੱਡਾ ਫੈਕਟਰ ਹੈ ਨੋ ਡਾਊਟ ਉਹਦੇ ਨਾਲ ਤੁਸੀਂ ਜਿਵੇਂ ਐਕਸਪਲੇਨ ਕੀਤਾ ਕਿ ਐਗ ਜਿਹੜੇ ਨੇ ਉਹਨਾਂ ਦੀ ਕੁਆਂਟੀਟੀ ਐਂਡ ਕੁਆਲਿਟੀ ਦੋਨੋਂ ਚੀਜ਼ਾਂ ਘਟ ਜਾਂਦੀਆਂ ਨੇ ਹਾਰਮੋਨਸ ਜਿਹੜੇ ਉਹ ਤੁਹਾਡੇ ਇਫੈਕਟ ਹੁੰਦੇ ਆ ਹੋਰ ਬਿਸਾਈਡ ਏਜ ਕਿਹੜੇ ਹੋਰ ਰੀਜ਼ਨ ਹੈ ਜੀ ਜਦੋਂ ਇੱਕ ਔਰਤ ਨਹੀਂ ਕਨਸੀਵ ਕਰ ਪਾਉਂਦੀ ਹੋਰ ਕੀ ਰੀਜ਼ਨ ਹੋ ਸਕਦਾ ਠੀਕ ਹੈ ਹੋਰ ਮਤਲਬ ਇਹ ਵੀ ਹੈ ਕਿ ਜਿਸ ਤਰ੍ਹਾਂ ਉਮਰ ਵੱਧਦੀ ਹੈ ਤੇ ਮੈਡੀਕਲ ਕੰਡੀਸ਼ਨਸ ਕਈ ਲੋਕਾਂ ਨੂੰ ਹੋ ਜਾਂਦੇ ਮਤਲਬ ਅਗਰ ਕੋਈ ਇਨਸਾਨ 20 ਸਾਲ ਦੀ ਕੁੜੀ ਹੈ ਉਹ ਬੇਬੀ ਲੈਣਾ ਚਾਹੁੰਦੇ ਇਟਸ ਈਜ਼ੀਅਰ ਉਹਨਾਂ ਮੈਡੀਕਲ ਕੰਪਲਿਕੇਸ਼ਨਸ ਵੀ ਘੱਟ ਜਾਂਦੀਆਂ ਮਤਲਬ ਨਾ ਸ਼ੂਗਰ ਡਾਇਬੀਟੀਜ਼ ਦੀ ਵੀ ਅਸੀਂ ਨਹੀਂ ਦੇਖਦੇ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਨਹੀਂ ਦੇਖਦੇ ਐਂਡ ਪਰ ਜਿਸ ਤਰ੍ਹਾਂ ਉਮਰ ਵੱਧਦੀ ਹੈ ਅਸੀਂ ਇਹੀ ਦੇਖਦੇ ਕਿ ਹਾਂ ਇਹਨਾਂ 'ਚ ਮਤਲਬ ਜਿਹੜੀ ਕੰਪਲਿਕੇਸ਼ਨਸ ਨੇ ਮੈਡੀਕਲ ਕੰਪਲਿਕੇਸ਼ਨਸ ਉਹ ਵਧਣੀਆਂ ਸ਼ੁਰੂ ਹੋ ਜਾਂਦੀਆਂ ਅਗਰ ਕੁਦਰਤ ਵੱਲੋਂ ਸੋਚਿਆ ਜਾਵੇ ਜਦੋਂ ਜਿਹੜਾ ਬੱਚਾ ਪੈਦਾ ਕਰਨਾ ਤੁਸੀਂ ਸਮਝ ਲਓ ਪਿਛਲੇ ਜ਼ਮਾਨੇ ਦੇ ਵਿੱਚ ਪੁਰਾਣੇ ਟਾਈਮਾਂ 'ਤੇ ਜਦੋਂ ਜੰਗਲਾਂ ਵਿੱਚ ਰਹਿੰਦੇ ਸੀ ਅਸੀਂ ਮਤਲਬ ਘਰ ਨਹੀਂ ਸੀ ਹੁੰਦੇ ਠੀਕ ਹੈ ਨਾ ਅਗਰ ਮਤਲਬ ਇਨਸਾਨ ਦੀ ਸਿਹਤ ਠੀਕ ਨਹੀਂ ਹੈ ਤਾਂ ਕੁਦਰਤ ਵੱਲੋਂ ਕੁਦਰਤ ਨੇ ਇਹੀ ਦੇਖਣਾ ਕਿ ਹਾਂ ਇਹ ਟਾਈਮ ਠੀਕ ਨਹੀਂ ਹੈ ਬੇਬੀ ਪੈਦਾ ਕਰਨ ਵਾਸਤੇ ਜੇ ਸਿਹਤ ਅੱਛੀ ਆ ਮਤਲਬ ਖੁਰਾਕ ਠੀਕ ਹੈ ਤੇ ਮਤਲਬ ਰਹਿਣਾ ਪੀਣਾ ਠੀਕ ਹੈ ਤੇ ਉਸ ਟਾਈਮ 'ਤੇ ਮਤਲਬ ਪ੍ਰੈਗਨੈਂਸੀ ਹੋਣ ਦੇ ਚਾਂਸ ਵੱਧ ਜਾਂਦੇ ਆ ਸੋ ਇਸੇ ਤਰ੍ਹਾਂ ਜਿਸ ਤਰ੍ਹਾਂ ਬੋਡੀ 'ਚ ਕੋਈ ਚੇਂਜਸ ਆ ਜਾਂਦੀਆਂ ਨੇ ਜਾਂ ਕੋਈ ਬਿਮਾਰੀ ਹੈ ਐਂਡ ਦੈਨ ਉਹਨਾਂ ਲੋਕਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪ੍ਰੈਗਨੈਂਸੀ ਹਾਸਲ ਕਰਨੀ ਜ਼ਿਆਦਾ ਮੁਸ਼ਕਿਲ ਹੈ ਮੇਰਾ ਜਿਹੜਾ ਭਰਾ ਉਹ ਵੀ ਫਿਜ਼ੀਸ਼ੀਅਨ ਹੈ ਅੱਛਾ ਤੇ ਉਹ ਮਤਲਬ ਮੈਡੀਕਲ ਡਾਕਟਰ ਠੀਕ ਹੈ ਨਾ ਉਹਨੂੰ ਮੈਂ ਹਮੇਸ਼ਾ ਛੇੜਦਾ ਹੁੰਦਾ ਕਿ ਤੁਸੀਂ ਮਤਲਬ ਹੁਣ ਦਵਾਈਆਂ ਵੀ ਇਸ ਤਰ੍ਹਾਂ ਦੀਆਂ ਆ ਗਈਆਂ ਕਿ ਮਤਲਬ ਉਹ ਪੁਰਾਣੇ ਜ਼ਮਾਨੇ ਜਿਹੜੇ ਲੋਕ ਪ੍ਰੈਗਨੈਂਟ ਨਹੀਂ ਸੀ ਹੋ ਸਕਦੇ ਉਹ ਦਵਾਈਆਂ ਦੇ ਨਾਲ ਹੁਣ ਉਹਨਾਂ ਦੀ ਸਿਹਤ ਠੀਕ ਹੈ ਤੇ ਉਹ ਭਾਵੇਂ ਪਲਾਨ ਵੀ ਨਾ ਕਰਦੇ ਹੁਣ ਉਹਨਾਂ 'ਚ ਪ੍ਰੈਗਨੈਂਸੀ ਹੋ ਜਾਂਦੀ ਹੈ ਕਿਉਂਕਿ ਉਹਨਾਂ ਦੀ ਸਿਹਤ ਇੰਨੀ ਅੱਛੀ ਹੈਗੀ ਹੈ ਜੀ ਡਾਕਟਰ ਸਾਨੂੰ ਇੱਕ ਸਵਾਲ ਆਇਆ ਜੀ ਕਿਸੇ ਦਾ ਇਹ ਕਹਿੰਦੇ ਵੀ ਸਾਡਾ ਨਵਾਂ ਵਿਆਹ ਹੋਇਆ ਕਹਿੰਦੇ ਪਰ ਹਜੇ ਅਸੀਂ ਬੇਬੀ ਪਲਾਨ ਨਹੀਂ ਕਰ ਰਹੇ ਕਹਿੰਦੇ ਪਰ ਇਹਨਾਂ ਨੂੰ ਇਰਰੈਗੂਲਰ ਪੀਰੀਅਡਸ ਨੇ ਇਹਨਾਂ ਦਾ ਇਹ ਪੁੱਛਣਾ ਵੀ ਇਰਰੈਗੂਲਰ ਪੀਰੀਅਡ ਕੀ ਆਲਵੇਜ਼ ਇੱਕ ਰੈੱਡ ਫਲੈਗ ਹੁੰਦਾ ਕਿ ਪ੍ਰੈਗਨੈਂਸੀ ਨਹੀਂ ਹੋ ਸਕਦੀ ਇਹਨਾਂ ਨੂੰ ਜਦੋਂ ਇਹ ਪਲਾਨ ਕਰਨਾ ਚਾਹਣਗੇ ਥੋੜੀ ਉਮਰ ਤੇ ਵੀ ਡਿਪੈਂਡ ਕਰਦਾ ਕਿ ਉਮਰ ਅਗਰ ਛੋਟੀ ਹੈ ਠੀਕ ਹੈ ਨਾ ਮਤਲਬ 35 ਸਾਲਾਂ ਤੋਂ ਘੱਟ ਪੀਰੀਅਡਸ ਇਰੈਗੂਲਰ ਤਾਂ ਵੀ ਪ੍ਰੈਗਨੈਂਸੀ ਹੋ ਸਕਦੀ ਹੈ ਪਰ ਇਰੈਗੂਲਰ ਪੀਰੀਅਡਸ ਨਹੀਂ ਹੋਣੇ ਚਾਹੀਦੇ ਕਿਉਂਕਿ ਇਹ ਵੀ ਅੰਦਰਲੇ ਪਾਸੇ ਕੋਈ ਹੋਰ ਬਿਮਾਰੀ ਦੀ ਨਿਸ਼ਾਨੀ ਵੀ ਹੋ ਸਕਦੀ ਹੈ ਠੀਕ ਹੈ ਸੋ ਅਗਰ ਮਤਲਬ ਪੀਰੀਅਡਸ ਇਰੈਗੂਲਰ ਹੈ ਇਹ ਥਾਇਰਾਇਡ ਦੀ ਪ੍ਰੋਬਲਮ ਵੀ ਹੋ ਸਕਦੀ ਹੈ ਜਾਂ ਸ਼ੂਗਰ ਦੀ ਪ੍ਰੋਬਲਮ ਵੀ ਹੋ ਸਕਦੀ ਹੈ ਦੇ ਕੈਨ ਬੀ ਮੈਨੀ ਰੀਜ਼ਨਸ ਕਿ ਪੀਰੀਅਡਸ ਰੈਗੂਲਰ ਨਹੀਂ ਆ ਰਹੇ ਸੋ ਕਿਉਂਕਿ ਪੀਰੀਅਡ ਨਹੀਂ ਆ ਰਹੇ ਰੈਗੂਲਰ ਇਹ ਚੈੱਕ ਕਰਵਾਉਣਾ ਚਾਹੀਦਾ ਕਿਉਂਕਿ ਹੋਰ
ਪ੍ਰੋਬਲਮਸ ਨੂੰ ਸੱਦਾ ਦੇ ਸਕਦਾ ਯੈਸ ਅੱਛਾ ਜਿਹੜੀ ਐਗ ਕੁਆਲਿਟੀ ਦੀ ਡਾਕਟਰ ਰੂਬੀ ਤੁਸੀਂ ਗੱਲ ਕੀਤੀ ਹੈ ਜੀ ਜਿਹੜੀ ਐਗ ਕੁਆਲਿਟੀ ਹੈ ਜੇ ਕਿਸੇ ਦੇ ਵਿੱਚ ਜਦੋਂ ਟੈਸਟ ਤੁਸੀਂ ਲੋਕ ਕਰਦੇ ਹੋ ਪਤਾ ਲੱਗ ਜਾਂਦਾ ਹੈ ਕਿ ਐਗ ਕੁਆਲਿਟੀ ਅੱਛੀ ਨਹੀਂ ਹੈ ਕੀ ਕੋਈ ਇਹੋ ਜਿਹੀਆਂ ਹੁਣ ਦਵਾਈਆਂ ਜਾਂ ਇਹੋ ਜਿਹੀ ਕੋਈ ਟਰੀਟਮੈਂਟ ਹੈਗੇ ਆ ਵੀ ਐਗ ਕੁਆਲਿਟੀ ਵਧੀਆ ਕੀਤੀ ਜਾ ਸਕਦੀ ਹੈ ਜਾਂ ਨਾਟ ਰੀਲੀ ਕਿਉਂਕਿ ਇਹ ਉਮਰ ਦੀ ਹਿਸਾਬ ਦੀ ਗੱਲ ਹੈ ਪਰ ਐਗ ਕੁਆਲਿਟੀ ਦਾ ਵੀ ਕੋਈ ਟੈਸਟ ਨਹੀਂ ਆ ਅੱਛਾ ਸਾਨੂੰ ਨਹੀਂ ਪਤਾ ਕਿ ਹਾਂ ਮਤਲਬ ਅਸੀਂ ਦੈਟਸ ਵਾਈ ਮੈਂ ਕਿਹਾ ਸੀ ਰਿਸਰਚ ਹੈ ਨਹੀਂ ਹਜੇ ਸੋ ਕੋਈ ਐਸਾ ਟੈਸਟ ਨਹੀਂ ਹੈ ਜਿਹਦਾ ਕਿ ਸਾਨੂੰ ਪਤਾ ਲੱਗ ਜਾਏ ਕਿ ਹਾਂ ਇਹ ਕੁਆਲਿਟੀ ਅੱਛੀ ਹੈ ਜਾਂ ਠੀਕ ਨਹੀਂ ਹੈ ਪਰ ਨੰਬਰ ਜਿਹੜੇ ਐਗ ਨੰਬਰ ਹੈ ਇਹ ਸਾਨੂੰ ਇਹਦੇ ਥੋੜ੍ਹੇ ਟੈਸਟ ਹੈਗੇ ਸੋ ਕਈ ਵਾਰੀ ਅਸੀਂ ਇੱਕ ਟੈਸਟ ਕਰ ਲੈਂਦੇ ਕਿ ਮਤਲਬ ਹਾਰਮੋਨ ਨੂੰ ਟੈਸਟ ਕਰ ਸਕਦੇ ਹਾਂ ਹਾਰਮੋਨ ਵੀ ਵੱਖਰੇ ਵੱਖਰੇ ਤਰ੍ਹਾਂ ਦੇ ਹੈਗੇ ਆ ਸੋ ਇੱਕ ਹਾਰਮੋਨ ਹੈ FSH follicle stimulating hormone ਉਹ ਮਤਲਬ ਐਗਸ ਨੂੰ ਫੋਲੀਕਲ ਜਿਹੜਾ ਉਹ ਐਗ ਹੀ ਹੈ ਸੋ ਉਹ ਫੋਲੀਕਲਸ ਨੂੰ ਸਟਿਮੂਲੇਟ ਕਰਦਾ ਅਗਰ ਉਹ ਨੰਬਰ ਜ਼ਿਆਦਾ ਉੱਪਰ ਹੈ ਤਾਂ ਉਹ ਵੀ ਠੀਕ ਨਹੀਂ ਹੈ ਮਤਲਬ ਐਗ ਦੀ ਕੁਆਲਿਟੀ ਨੰਬਰ ਘੱਟ ਹੈ ਇੱਕ ਹੈਗਾ AMH ਐਂਟੀ ਮਲੇਰੀਅਨ ਹਾਰਮੋਨ ਇਹ ਵੀ ਅਸੀਂ ਬਲੱਡ ਟੈਸਟ ਤੋਂ ਪਤਾ ਲੱਗ ਜਾਂਦਾ ਕਿ ਹਾਂ ਐਗ ਨੰਬਰ ਘੱਟ ਹੈ ਐਂਡ ਦੈਨ ਦ ਥਰਡ ਟੈਸਟ ਜਿਹੜਾ ਹੈਗਾ ਉਹ ਅਲਟਰਾਸਾਊਂਡ ਹੈ ਸੋ ਅਲਟਰਾਸਾਊਂਡ ਤੇ ਵੀ ਅਸੀਂ ਗਿਣ ਸਕਦੇ ਕਿ ਕਿੰਨੇ ਕਿ ਐਗਸ ਬਣ ਰਹੇ ਆ ਸੋ ਉਹ ਇਹ ਤਿੰਨ ਟੈਸਟ ਹੈਗੇ ਜਿੱਦਾਂ ਕਿ ਸਾਨੂੰ ਨੰਬਰ ਦੇ ਬਾਰੇ ਪਤਾ ਲੱਗ ਜਾਂਦਾ ਪਰ ਇਹ ਨਹੀਂ ਐਗ ਦੀ ਕੁਆਲਿਟੀ ਨਹੀਂ ਪਤਾ ਕੁਆਲਿਟੀ ਦੇ ਬਾਰੇ ਸਾਨੂੰ ਇਹਨਾਂ ਪਤਾ ਕਿ ਹਾਂ ਇਹ ਮਤਲਬ ਇਹ ਹੈ ਚੀਜ਼ ਪਰ ਮੈਜ਼ਰ ਕਰਨ ਵਾਸਤੇ ਕੋਈ ਟੂਲ ਨਹੀਂ ਹੈ ਜੀ ਮੇਲ ਫਰਟੀਲਿਟੀ ਦੀ ਗੱਲ ਕਰਦੇ ਆ ਡਾਕਟਰ ਰੂਬੀ ਇੱਕ ਤਾਂ ਪਹਿਲਾਂ ਇਹ ਦੱਸੋ ਜੀ ਤੁਸੀਂ ਤਾਂ ਹੁਣ ਇੰਨੇ ਸਾਲ 30 ਸਾਲ ਹੋ ਗਏ ਤੁਹਾਨੂੰ ਇਸ ਫੀਲਡ ਦੇ ਵਿੱਚ ਕੰਮ ਕਰਦੇ ਆ ਅਜੇ ਵੀ ਜੀ ਮੇਲ ਫਰਟੀਲਿਟੀ ਇੰਨੀ ਰੇਅਰਲੀ ਕਿਉਂ ਡਿਸਕਸ ਕੀਤੀ ਜਾਂਦੀ ਹੈ ਸਪੈਸ਼ਲੀ ਇਨ ਸਾਊਥ ਏਸ਼ੀਅਨ ਕਮਿਊਨਿਟੀਜ਼ ਮੈਨੂੰ ਲੱਗਦਾ ਕਿ ਲੋਕਾਂ ਨੂੰ ਮਤਲਬ it could be cultural ਕਿਉਂਕਿ ਆਪਣੇ ਲੋਕਾਂ 'ਚ ਸ਼ਰਮ ਹੈ ਮਤਲਬ ਕਿਸ ਤਰ੍ਹਾਂ ਗੱਲ ਕਰਨੀ ਹੈ ਸੋ ਨਾਟ ਓਨਲੀ ਕਿ ਮਤਲਬ ਇੱਕ ਤਾਂ ਮੇਲ ਫਰਟੀਲਿਟੀ ਦੀ ਗੱਲ ਹੋ ਜਾਂਦੀ ਕਿ ਮਤਲਬ ਇੱਕ ਤਾਂ ਚੀਜ਼ ਹੈਗੀ ਜਿਹੜੇ ਟੈਸਟ ਵਗੈਰਾ ਕਰਨੇ ਆ ਠੀਕ ਹੈ ਨਾ ਜਿੱਦਾਂ ਸੀਮਨ ਐਨਾਲਿਸਿਸ ਸਪਰਮ ਟੈਸਟ ਵਗੈਰਾ ਕਰਨਾ ਉਹ ਵੀ ਮਤਲਬ ਕਿਸ ਤਰੀਕੇ ਨਾਲ ਕਰਨਾ ਉਹ ਮਤਲਬ ਕਈ ਲੋਕਾਂ ਨੂੰ ਸ਼ਰਮ ਆਉਂਦੀ ਹੈ ਪਰ ਉਸ ਤੋਂ ਇਲਾਵਾ ਹੋਰ ਵੀ ਕਈ ਡਿਸਫੰਕਸ਼ਨ ਹੋ ਸਕਦੇ ਨੇ ਮਤਲਬ ਕਈ ਲੋਕਾਂ ਨੂੰ ਇਰੈਕਟਾਈਲ ਡਿਸਫੰਕਸ਼ਨ ਹੋ ਜਾਂਦੀ ਮਤਲਬ ਉਹਨਾਂ ਕੋਲ ਗੱਲ ਹੀ ਨਹੀਂ ਬਣਦੀ ਹੋ ਨਹੀਂ ਸਕਦੀ ਜਾਂ ਕਈ ਵਾਰੀ ਇੱਕ ਕੰਡੀਸ਼ਨ ਹੈ ਪ੍ਰੀਮੈਚਰ ਇਜੈਕੂਲੇਸ਼ਨ ਜਿਸ ਨਾਲ ਕਿ ਉਹ ਮਤਲਬ ਉਹ ਆਪਣਾ ਮੇਲ ਹੋ ਹੀ ਨਹੀਂ ਸਕਦਾ ਸੋ ਇਹ ਪਰ ਇਹਨਾਂ ਗੱਲਾਂ ਨੂੰ ਅਸੀਂ ਝਿਜਕਦੇ ਹਾਂ ਹੈ ਨਾ ਪਰ ਤੁਹਾਨੂੰ ਮਤਲਬ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਡਾਕਟਰ ਤੁਹਾਡੀ ਮਦਦ ਕਰਨ ਵਾਸਤੇ ਹੁੰਦੇ ਆ ਮਤਲਬ ਵੈਸੇ ਤਾਂ ਕਈ ਵਾਰੀ ਇਹ ਗੱਲ ਕਰਨੀ ਮੁਸ਼ਕਿਲ ਹੈ ਪਰ ਤੁਸੀਂ ਆਪਣੀ ਖੁੱਲ੍ਹ ਕੇ ਗੱਲ ਦੱਸੋ ਡਾਕਟਰ ਨੂੰ ਤੇ ਉਹ ਤੁਹਾਡੀ ਮਦਦ ਕਰਨ ਨੂੰ ਤਿਆਰ ਹੈ ਨੈਚੁਰਲੀ ਆਪਣੀ ਪ੍ਰੋਬਲਮ ਜਿਹੜੀ ਹੈ ਡਾਕਟਰ ਦੇ ਨਾਲ ਕਹਿੰਦੇ ਹੁੰਦੇ ਕਦੇ ਵੀ ਛੁਪਾਣੀ ਨਹੀਂ ਚਾਹੀਦੀ ਡਿਸਕਸ ਕਰਨ ਲੱਗਿਆ ਅੱਛਾ ਜਿਵੇਂ ਤੁਸੀਂ ਐਗ ਕੁਆਲਿਟੀ ਦਾ ਜ਼ਿਕਰ ਕੀਤਾ ਡਾਕਟਰ ਰੂਬੀ ਕੀ ਸਪਰਮ ਕੁਆਲਿਟੀ ਵੀ ਏਜ ਦੇ ਨਾਲ ਘੱਟ ਜਾਂਦੀ ਹੈ ਜਾਂ ਪਹਿਲਾਂ ਅਸੀਂ ਕਦੇ ਸੋਚਦੇ ਨਹੀਂ ਸੀ ਕਿ ਮਤਲਬ ਸਪਰਮ ਦਾ ਏਜ ਦੇ ਨਾਲ ਕੋਈ ਹਿਸਾਬ ਕਿਤਾਬ ਹੈ ਪਰ ਹੈ ਥੋੜ੍ਹਾ ਜਿਹਾ ਮਤਲਬ ਜਿਸ ਤਰ੍ਹਾਂ ਉਮਰ ਵੱਧਦੀ ਹੈ ਇਸ ਸਪਰਮ ਦੇ ਨੰਬਰ ਵੀ ਘੱਟ ਸਕਦੇ ਆ ਪਰ ਕੁਆਲਿਟੀ ਵੀ ਘੱਟ ਸਕਦੀ ਹੈ ਐਂਡ ਦੂਸਰੀ ਗੱਲ ਇਹ ਹੈ ਕਿ ਮਤਲਬ ਕਿਉਂਕਿ ਅਸੀਂ ਕਈ ਵਾਰੀ ਮਤਲਬ ਹਿਸਟਰੀ ਵਿੱਚ ਦੇਖਿਆ ਕਿ ਕਿਸੇ ਦੀ ਉਮਰ ਮਤਲਬ 50 ਸਾਲ ਜਾਂ 60 ਸਾਲ ਸੀ ਤੇ ਉਹਨਾਂ ਦੇ ਬੇਬੀ ਹੋ ਗਿਆ ਸੋ ਉਹਨਾਂ ਆਦਮੀ ਮਤਲਬ ਹੋ ਸਕਦਾ ਪਰ ਇਹ ਵੀ ਹੈ ਕਿ ਜਿਹੜਾ ਸਪਰਮ ਆ ਉਹ ਬਹੁਤ ਜ਼ਿਆਦਾ ਬਣਦਾ ਹੈ ਉਹਦਾ ਨੰਬਰ ਘੱਟਦਾ ਨਹੀਂ ਮੇਨ ਅੱਛਾ ਜਿਵੇਂ ਐਗ ਦਾ ਘਟ ਜਾਂਦਾ ਇਹਦਾ ਨਹੀਂ ਘਟਦਾ ਜੀ ਬਿਲਕੁਲ ਇਹ ਹੈ ਥੋੜਾ ਜਿਹਾ ਮਤਲਬ ਕ੍ਰੋਮੋਸੋਮ ਪ੍ਰੋਬਲਮ ਹੋ ਸਕਦੀ ਹੈ ਮਤਲਬ ਥੋੜੀ ਮਿਸਕੈਰੇਜ ਦੇ ਚਾਂਸ ਜ਼ਿਆਦਾ ਪਰ ਉਹਨਾਂ ਜ਼ਿਆਦਾ ਨਹੀਂ ਜਿੰਨਾ ਅਸੀਂ ਫੀਮੇਲਸ ਦੇ ਵਿੱਚ ਦੇਖਦੇ ਜੀ ਸੋ ਐਂਡ ਦੈਨ ਇਹ ਵੀ ਹੈ ਮਤਲਬ ਕਿ ਉਹ ਨੰਬਰ ਪਰ ਇਟਸ ਆਲਸੋ ਵੈਰੀ ਸੈਂਸਿਟਿਵ ਮਤਲਬ ਜਿਹੜਾ ਸਪਰਮ ਕਾਊਂਟ ਹੈ ਕਿਉਂਕਿ ਸੈਲ ਬਣਦਾ ਰਹਿੰਦਾ ਬਹੁਤ ਛੇਤੀ ਸਪਰਮ ਬਣ ਰਿਹਾ ਸੋ ਅਗਰ ਕੋਈ ਮਤਲਬ ਕੋਈ ਪੋਇਜ਼ਨ ਹੈ ਸਮਝ ਲਓ ਕੋਈ ਨਸ਼ਾ ਹੈ like either alcohol like cigarettes or ਮਤਲਬ ਕੋਈ ਡਰੱਗਸ ਹੈ ਉਹਦੇ ਨਾਲ ਵੀ ਇਹਦੇ 'ਚ ਬਹੁਤ ਜ਼ਿਆਦਾ ਫਰਕ ਪੈ ਸਕਦਾ ਜੀ ਜੀ ਇੱਕ ਸਵਾਲ ਆਇਆ ਡਾਕਟਰ ਸਾਹਿਬ ਸਾਨੂੰ ਇਹ ਕਹਿੰਦੇ ਕਿ ਕਹਿੰਦੇ ਇਫ ਵੀ ਹੈਵ ਟਰਾਈਡ IVF times all tests are coming back normal and still no ਕਹਿੰਦੇ ਪ੍ਰੈਗਨੈਂਸੀ ਨਹੀਂ ਹੋ ਰਹੀ ਕਹਿੰਦੇ ਕੀ ਕਰੀਏ ਦੋਨਾਂ ਦੀ ਕਹਿੰਦੇ ਮੇਲ ਫੀਮੇਲ ਦੇ ਟੈਸਟ ਜਿਹੜੇ ਨਾਰਮਲ ਹੈ ਏਜ 35 ਹੈ ਇਹਨਾਂ ਨੇ ਅੱਗੇ ਲਿਖਿਆ ਡਾਕਟਰ ਜਸਟ ਸੇਜ਼ ਫਰੋਮ egg retrieval not good batch so ਕਈ ਵਾਰੀ ਅਸੀਂ ਇਹ ਦੇਖਦੇ ਕਿ ਮਤਲਬ ਜਿਹੜੀ ਸੋ ਦੋ ਚੀਜ਼ਾਂ ਨੇ ਇੱਕ ਤਾਂ ਜਦੋਂ ਅਸੀਂ IVF ਕਰਦੇ ਹਾਂ ਕਿ ਅਸੀਂ ਓਵਰੀ ਦੇ ਵਿੱਚੋਂ ਐਗ ਨਿਕਾਲ ਦਿੰਦੇ ਹਾਂ ਟੀਕੇ ਦੇ ਨਾਲ ਠੀਕ ਹੈ ਨਾ ਅਲਟਰਾਸਾਊਂਡ ਰਾਹੀਂ ਅਸੀਂ ਟੀਕੇ ਦੇ ਨਾਲ ਨਿਕਾਲ ਦਿੰਦੇ ਹਾਂ ਅਤੇ ਸਪਰਮ ਵੀ ਇਕੱਠਾ ਕਰ ਲੈਂਦੇ ਹਾਂ ਐਂਡ ਦੈਨ ਵੀ ਜੁਆਇਨ ਦ ਸਪਰਮ ਐਂਡ ਐਗ ਟੂਗੇਦਰ ਮਤਲਬ ਉੱਥੇ ਕੋਈ ਕੰਪੀਟੀਸ਼ਨ ਨਹੀਂ ਹੈ
ਮਤਲਬ ਆਮ ਤੌਰ ਤੇ ਤਾਂ Yeah, ਮਤਲਬ yeah. ਜਦੋਂ ਸਪਰਮ ਜਾਏਗਾ ਦ ਸਟਰੋਂਗੈਸਟ ਸਪਰਮ ਵਿਲ ਫਰਟੀਲਾਈਜ਼ ਦੀ ਐਗ Yeah. ਪਰ ਇਹ ਇਸ ਵਿੱਚ ਇੰਨਾ ਕੰਪੀਟੀਸ਼ਨ ਨਹੀਂ ਹੈ ਸੋ ਇਹਦੀ ਮਤਲਬ ਇਹ ਜਿਹੜੀ ਕਿਉਂਕਿ ਕੰਪੀਟੀਸ਼ਨ ਨਹੀਂ ਹੈ ਸੋ ਯੂ ਡੋਨਟ ਨੋ ਵਾਟ ਦ ਕੁਆਲਿਟੀ ਆਫ ਦ ਐਮਬ੍ਰਿਓ ਇਜ਼ ਪਰ ਕਈ ਵਾਰੀ ਅਸੀਂ ਐਮਬ੍ਰਿਓ ਨੂੰ ਵੀ ਚੈੱਕ ਕਰ ਲੈਂਦੇ ਹਾਂ ਐਂਡ ਦੇयर ਇਜ਼ ਅ ਗ੍ਰੇਡਿੰਗ ਲਾਈਕ ਇਸ ਗ੍ਰੇਡ A B C ਇਹਦਾ ਗ੍ਰੇਡਿੰਗ ਸਿਸਟਮ ਹੈ ਪਰ ਅਤੇ ਉਹਦੇ ਨਾਲ ਇਹ ਪਤਾ ਲੱਗ ਜਾਂਦਾ ਕਿ ਮਤਲਬ ਅਗਰ ਮਤਲਬ ਕੁਆਲਿਟੀ ਠੀਕ ਨਹੀਂ ਹੈ ਦੈਨ ਦ ਚਾਂਸ ਫॉर ਮਤਲਬ ਪ੍ਰੈਗਨੈਂਸੀ ਵੀ ਘੱਟ ਜਾਂਦੀ ਹੈ ਇਹਨੂੰ ਹੱਲ ਕਰਨ ਦੇ ਵਾਸਤੇ ਕਈ ਵਾਰੀ ਅਸੀਂ ਇੱਕ ਤਰੀਕਾ ਹੈਗਾ ਉਸ ਨੂੰ ਅਸੀਂ ਪੀਜੀਟੀ ਕਹਿ ਦਿੰਦੇ ਹਾਂ ਅੱਛਾ ਜੀ ਐਂਡ ਇਨ ਪੀਜੀਟੀ ਉਹ ਇਸ ਤਰ੍ਹਾਂ ਕਰਦੇ ਆ ਕਿ ਮਤਲਬ ਐਗ ਤੇ ਸਪਰਮ ਨੂੰ ਕੰਬਾਈਨ ਕਰ ਲੈਂਦੇ ਆ ਉਸ ਦੇ ਵਿੱਚੋਂ ਫਿਰ ਉਹ ਜਿਹੜਾ ਐਮਬ੍ਰਿਓ ਉਹ ਉਗਣਾ ਸ਼ੁਰੂ ਹੋ ਜਾਂਦਾ ਐਂਡ ਦੈਨ ਦੇ ਟੇਕ ਅ ਬਾਇਓਪਸੀ ਫਰਮ ਇਟ ਆਫਟਰ ਫਿਊ ਡੇਜ਼ ਓਕੇ ਐਂਡ ਦੈਨ ਉਹ ਜਿਹੜੀ ਬਾਇਓਪਸੀ ਉਸ ਨੂੰ ਦੇਖਦੇ ਕਿ ਇਹਦੇ ਕ੍ਰੋਮੋਸੋਮ ਠੀਕ ਹੈ ਕਿ ਗਲਤ ਹੈ ਅੱਛਾ if the chromosome is normal then the chance for pregnancy ਵਧ ਜਾਂਦੀ ਹੈ ਅਗਰ ਕ੍ਰੋਮੋਸੋਮ ਠੀਕ ਨਹੀਂ ਹੈ ਮਤਲਬ ਉਹਦੇ 'ਚ ਕੁਝ ਪ੍ਰੋਬਲਮ ਹੈ ਤੇ ਉਹ ਤੁਹਾਨੂੰ ਪਤਾ ਕਿ ਉਹ ਸਫਲ ਨਹੀਂ ਹੋਏਗੀ ਪ੍ਰੈਗਨੈਂਸੀ ਜੀ ਸੋ ਇਹ ਮਤਲਬ ਜਿੱਦਾਂ ਇਹਨਾਂ ਨੇ IVF ਕਰਵਾਇਆ ਸੀ ਕਿਉਂਕਿ ਥੋੜਾ ਜਿਹਾ ਗੈਸ ਵਰਕ ਹੁੰਦਾ ਠੀਕ ਹੈ ਨਾ ਤੇ ਇਹ ਹੀ ਹੈ ਕਿ ਤੁਹਾਨੂੰ ਪਤਾ ਨਹੀਂ ਕਿ ਕ੍ਰੋਮੋਸੋਮ ਅੱਛੇ ਹੈ ਕਿ ਠੀਕ ਨਹੀਂ ਕਿਉਂਕਿ ਤੁਸੀਂ ਇਹਨਾਂ ਦੀਆਂ ਰਿਪੋਰਟਸ ਤਾਂ ਆਬਵੀਅਸਲੀ ਨਹੀਂ ਦੇਖੀਆਂ ਬਟ ਜਨਰਲ ਆਨਸਰ ਪਰ ਇਹ ਵੀ ਹੈਗੀ ਇਹ ਗੱਲ ਕਿ IVF will work better ਅਗਰ ਉਮਰ ਘੱਟ ਹੈ ਓਕੇ ਸੋ if it's earlier ਮਤਲਬ ਕਿਸੇ ਦੀ ਉਮਰ 30 ਸਾਲ ਤੇ ਹੈ ਤੇ ਉਹ ਉਹਨਾਂ ਨੇ IVF ਕਰਾਇਆ ਉਹਨਾਂ ਦੀ ਸਕਸੈਸ ਰੇਟ ਜ਼ਿਆਦਾ ਹੋਊਗਾ ਪਰ ਡਾਕਟਰ ਸਾਹਿਬ ਅੱਜ ਕੱਲ੍ਹ ਇੱਕ ਹੋਰ ਮਿਥ ਜਿਹੜੀ ਹੈਗੀ ਉਹ ਸਾਡੀ ਸੋਸਾਇਟੀ ਦੇ ਵਿੱਚ ਪੈਦਾ ਹੋ ਗਈ ਜਿਵੇਂ ਤੁਸੀਂ ਕਹਿੰਦੇ ਹੋ ਵੀ IVF ਵੀ ਉਹਨਾਂ ਦਾ ਸਕਸੈਸਫੁਲ ਹੋਊਗਾ ਜਿਨ੍ਹਾਂ ਦੀ ਉਮਰ ਨੈਚੁਰਲੀ ਘੱਟ ਹੈ ਅੱਗੇ ਜਾ ਕੇ ਚਾਂਸਸ ਘੱਟਦੇ ਜਾਂਦੇ ਆ ਲੋਕ ਤਾਂ ਅੱਜ ਕੱਲ੍ਹ ਇੱਦਾਂ ਕਹਿਣ ਲੱਗ ਗਏ ਕਹਿੰਦੇ ਵੀ ਕੋਈ ਗੱਲ ਨਹੀਂ ਹਜੇ ਨਹੀਂ ਅਸੀਂ ਬੱਚਾ ਪਲਾਨ ਕਰਨਾ IVF ਤਾਂ ਹੈਗਾ ਬਾਅਦ 'ਚ ਵੱਡੀ ਉਮਰ 'ਚ ਜਾ ਕੇ ਕਰਾ ਲਾਂਗੇ ਠੀਕ ਹੈ ਪਰ ਤੁਹਾਡੀ ਗੱਲ ਠੀਕ ਹੈ ਮਤਲਬ ਜਿਸ ਤਰ੍ਹਾਂ ਉਮਰ ਵੱਧਦੀ ਹੈ ਉਸ ਤਰ੍ਹਾਂ ਫਿਰ IVF ਦਾ ਸਕਸੈਸ ਘੱਟ ਜਾਂਦਾ ਇਨਫੈਕਟ ਮਤਲਬ ਜਦੋਂ ਉਮਰ 43 ਤੱਕ ਪਹੁੰਚ ਜਾਂਦੇ ਉਸ ਤੋਂ ਬਾਅਦ ਉਹ IVF ਨਹੀਂ ਕਰਦੇ ਅੱਛਾ ਜੀ ਕਿਉਂਕਿ ਪ੍ਰੈਗਨੈਂਸੀ ਦੇ ਚਾਂਸ ਬਹੁਤ ਘੱਟ ਹੈ ਈਵਨ ਆਫਟਰ ਲਾਈਕ 40 41 42 ਤੋਂ ਬਾਅਦ ਮਤਲਬ ਨਹੀਂ ਕਰਦੇ ਹਰ ਸਾਲ ਘੱਟ ਜਾਂਦਾ ਜੀ ਇਹ ਵੀ ਹੈ ਮਤਲਬ ਪਰ ਹੱਲ ਹੈਗਾ ਕਿਉਂਕਿ ਕਈ ਲੋਕ ਹੈ ਉਹਨਾਂ ਦੀ ਉਮਰ 50 ਸਾਲ ਤੇ ਉਹ ਉਹਨਾਂ ਦੀ ਪ੍ਰੈਗਨੈਂਸੀ ਪਰ ਆਪਾਂ ਸੁਣਦੇ ਆ ਕੇਸਿਸ IVF ਨਾਲ ਹੁੰਦੇ ਆ ਸੋ ਉਹਨਾਂ ਵਿੱਚ ਪਰ ਇਹ ਹੁੰਦਾ ਕਿ ਜਿਹੜਾ ਐਗ ਹੈ ਉਹ ਹੋਰ ਕਿਸੇ ਦਾ ਐਗ ਹੈ ਸੋ ਇਟਸ ਅ ਡੋਨਰ ਐਗ ਕਿਸੇ ਦੀ ਉਮਰ ਮਤਲਬ ਮੇਬੀ ਦ ਡੋਨਰ ਦੀ ਉਮਰ ਸ਼ਾਇਦ 25 ਸਾਲ ਦੀ ਹੈ ਠੀਕ ਹੈ ਨਾ ਐਂਡ ਦੇ ਟਰਾਈ ਟੂ ਮੈਚ ਇਟ ਕਿ ਕਿਦਾਂ ਦਾ ਮਤਲਬ ਇਹ ਵੀ ਇਨਸਾਨ ਪੰਜਾਬ ਤੋਂ ਹੈ ਮਤਲਬ ਤੇ ਇਸ ਤਰ੍ਹਾਂ ਦੀ ਮਤਲਬ ਥੋੜਾ ਡਿਸਕ੍ਰਿਪਸ਼ਨ ਹੁੰਦਾ ਕਿ ਇਹਨਾਂ ਦੀ ਸਿਹਤ ਠੀਕ ਹੈ ਐਂਡ ਕੋਈ ਪ੍ਰੋਬਲਮ ਸੋ ਦੈਟ ਦੇ ਗੈਟ ਦ ਯੰਗ ਐਗ ਤੇ ਉਹ ਸਪਰਮ ਨਾਲ ਮਿਲਾ ਕੇ ਫਿਰ ਜੀ ਅੱਛਾ ਇੱਦਾਂ ਹੁੰਦਾ ਜੀ ਇਹ ਕਿ ਇੱਕ ਮੈਨ ਬਹੁਤ ਹੈਲਦੀ ਹੈ ਉਹਨੂੰ ਕੋਈ ਹੈਲਥ ਪ੍ਰੋਬਲਮ ਨਹੀਂ ਡਾਇਬਟੀਜ਼ ਜਾਂ ਜਿੰਨੀਆਂ ਵੀ ਆਪਾਂ ਬਿਮਾਰੀਆਂ ਦੇ ਨਾਮ ਲੈ ਸਕਦੇ ਹਾਂ ਕੁਛ ਨਹੀਂ ਹੈਗਾ ਸਾਰੇ ਟੈਸਟ ਉਹਦੇ ਨਾਰਮਲ ਹੈ ਪਰ ਫਿਰ ਵੀ ਉਹਦੀ ਫਰਟੀਲਿਟੀ ਲੋ ਹੈਗੀ ਮਤਲਬ ਸਪਰਮ ਕਾਊਂਟ ਤੋਂ ਪਤਾ ਲੱਗਦਾ ਓਕੇ ਯੂ ਨੋ ਸੋ ਅਗਰ ਸਪਰਮ ਕਾਊਂਟ ਘੱਟ ਹੈ ਉਹਦੇ ਵੀ ਕਾਫੀ ਰੀਜ਼ਨ ਹੋ ਸਕਦੇ ਆ ਮਤਲਬ ਹੋ ਸਕਦਾ ਕਿ ਪਹਿਲਾਂ ਕੋਈ ਇਨਫੈਕਸ਼ਨ ਹੋਈ ਹੋਵੇ ਜਮਾਂਦਰੂ ਲਾਈਕ ਮੰਪਸ ਇਜ਼ ਦ ਮੋਸਟ ਕਾਮਨ ਵਨ ਓਕੇ ਜਿਹੜਾ ਅਫੈਕਟ ਕਰਦਾ ਔਰ ਇਟ ਕੁਡ ਬੀ ਮਤਲਬ ਜਿਹੜੀ ਪਰ ਮਤਲਬ ਇਹ ਵੀ ਲਾਈਫ ਸਟਾਈਲ ਚੀਜ਼ਾਂ ਵੀ ਚੇਂਜ ਕਰ ਸਕਦੇ ਆ ਠੀਕ ਹੈ ਨਾ ਹੁਣ ਜਿਸ ਤਰ੍ਹਾਂ ਮਤਲਬ ਜਿਹੜਾ ਅਗਰ ਆਦਮੀ ਦੀ ਐਨਾਟਮੀ ਦੇਖੋ ਜਿਹੜੇ ਜਿੱਥੋਂ ਸਪਰਮ ਬਣਦਾ ਟੈਸਟੀਕਲ ਜਿਹਨੂੰ ਕਹਿੰਦੇ ਉਹ ਬੋਡੀ ਤੋਂ ਬਾਹਰ ਹੈ ਠੀਕ ਹੈ ਨਾ ਅਗਰ ਉਹਨਾਂ ਦੀ ਟੈਂਪਰੇਚਰ ਵਧ ਜਾਵੇ ਤੇ ਸਪਰਮ ਕਾਊਂਟ ਘੱਟ ਸਕਦਾ ਸੋ ਈਵਨ ਸਿੰਪਲ ਥਿੰਗਸ ਲਾਈਕ ਅਗਰ ਕਿਸੇ ਦਾ ਅੰਡਰਵੇਅਰ ਬਹੁਤ ਟਾਈਟ ਹੈ that can also reduce sperm count ਸਵਾਲ ਦੀ ਹਾਲ ਹੈ ਜੇ ਕੋਈ ਮਤਲਬ ਹੌਟ ਟਬ ਵਿੱਚ ਜ਼ਿਆਦਾ ਜਾਂਦਾ ਉਹਦੇ 'ਚ ਵੀ ਦੇਖਿਆ ਜਾਂਦਾ ਕਿ ਹਾਂ ਸਪਰਮ ਕਾਊਂਟ ਘੱਟ ਸਕਦੇ ਆ ਸੋ ਮਤਲਬ ਲਾਈਫ ਸਟਾਈਲ ਚੀਜ਼ਾਂ ਇਸ ਤਰ੍ਹਾਂ ਦੀਆਂ ਵੀ ਹੈਗੀਆਂ ਜਾਂ ਕਿਸੇ ਨੂੰ ਚੋਟ ਲੱਗੀ ਹੈ ਉਹਦੇ ਨਾਲ ਵੀ ਕਈ ਵਾਰੀ ਖੂਨ ਦੀ ਨਾੜੀ ਹੁੰਦੀ ਹੈ ਉਹ ਮਤਲਬ ਜਿੱਦਾਂ ਕਿਸੇ ਦੀ ਨਾੜੀ ਫੁੱਲੀ ਹੋਈ ਹੈ ਉਸ ਜਗ੍ਹਾ ਤੇ ਉਹ ਟੈਂਪਰੇਚਰ ਨੂੰ ਵਧਾ ਦਿੰਦੀ ਹੈ ਤੇ ਉਸ ਦੇ ਨਾਲ ਮਤਲਬ ਸਪਰਮ ਕਾਊਂਟ ਘੱਟ ਸਕਦਾ ਸੋ ਮਤਲਬ ਕਈ ਵਾਰੀ ਐਗਜ਼ਾਮੀਨੇਸ਼ਨ ਕਰਨਾ ਪੈਂਦਾ ਲਾਈਫ ਸਟਾਈਲ ਵਾਲੀਆਂ ਚੀਜ਼ਾਂ ਵੀ ਜਿਹੜੀਆਂ ਇਫੈਕਟ ਪਾ ਸਕਦੀਆਂ ਨੇ ਜਿੱਥੇ ਆਪਾਂ ਐਲਕੋਹਲ ਦੀ ਗੱਲ ਕੀਤੀ ਸੀਗੀ ਸਮੋਕਿੰਗ ਦੀ ਗੱਲ ਕੀਤੀ ਸੀ ਡਰੱਗਸ ਉਹਦੇ ਨਾਲ ਜਿਹੜੀਆਂ ਤੁਸੀਂ ਇਹ ਗੱਲਾਂ ਦੱਸੀਆਂ ਬਹੁਤਿਆਂ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੋਣੀਆਂ ਇਹ ਵੀ ਇਹਦੇ ਨਾਲ ਵੀ ਇਫੈਕਟ ਪੈ ਸਕਦਾ ਤੁਹਾਡੀ ਫਰਟੀਲਿਟੀ ਦੇ ਉੱਤੇ ਡਾਕਟਰ ਸਾਹਿਬ ਇਹ ਦੱਸੋ ਜੀ ਕਿ ਜਦੋਂ ਕਿਸੇ ਮੇਲ ਦੇ ਵਿੱਚ ਸਪਰਮ ਕੁਆਲਿਟੀ ਲੋ ਹੁੰਦੀ ਹੈ ਤਾਂ ਉਹ ਫਿਰ ਵਿਮਨ ਦੀ ਪ੍ਰੈਗਨੈਂਸੀ ਨੂੰ ਕਿਸ ਤਰ੍ਹਾਂ ਇਫੈਕਟ ਕਰਦੀ ਹੈ ਜੀ ਮਤਲਬ ਮੇਨ ਚੀਜ਼ ਤਾਂ ਇਹ ਹੈ ਕਿ ਜਿਹੜਾ ਪ੍ਰੈਗਨੈਂਸੀ ਹਾਸਲ ਕਰਨੀ ਮੁਸ਼ਕਿਲ ਹੋ ਜਾਂਦੀ ਹੈ ਅਤੇ ਜਦੋਂ ਅਸੀਂ ਸਪਰਮ ਐਨਾਲਿਸਿਸ ਕਰਦੇ ਹਾਂ ਉਹਦੇ 'ਚ ਕਿਹੜੀਆਂ ਚੀਜ਼ਾਂ ਦੇਖਦੇ ਇੱਕ ਤਾਂ ਦੇਖਦੇ ਕਿ ਨੰਬਰ ਕਿੰਨੇ ਆ ਮਤਲਬ ਯੂਜਲੀ ਯੂ ਵਾਂਟ 20 ਮਿਲੀਅਨ ਸਪਰਮ
per milliliter ਹਾਂਜੀ। ਅਗਰ ਸੋਚਿਆ ਜਾਵੇ ਸੋ ਮਤਲਬ ਉਹਦੇ ਚ ਅਸੀਂ ਇਹ ਦੇਖਦੇ ਹਾਂ ਕਿ ਇੱਕ ਤਾਂ ਨੰਬਰ ਕਿੰਨੇ ਗਿਆ ਦੂਸਰੇ ਮਤਲਬ ਉਹ ਹਿਲਦੇ ਪਏ ਕਿ ਨਹੀਂ ਤੇ ਉਹਨਾਂ ਦੀ ਸ਼ਕਲ ਕਿੱਦਾਂ ਦੀ ਹੈ ਅੱਛਾ। ਮਤਲਬ ਕਿ ਕਈ ਵਾਰੀ ਅਸੀਂ ਦੇਖਦੇ ਕਿ ਸਪਰਮ ਅਬ ਨਾਰਮਲ ਲੱਗਦਾ ਉਹਦੇ ਮਤਲਬ ਠੀਕ ਤਰ੍ਹਾਂ ਮਤਲਬ Movement ਸੈਲ ਹੈ ਨਹੀਂ, ਸੋ ਉਹਦੇ ਨਾਲ ਵੀ ਫਰਕ ਪੈ ਸਕਦਾ ਮਤਲਬ ਬਟ ਦ ਮੇਨ ਇਫੈਕਟ ਇਜ਼ ਮਤਲਬ ਜਿਹੜਾ ਪ੍ਰੈਗਨੈਂਸੀ ਹਾਸਲ ਕਰਨੀ ਮੁਸ਼ਕਲ ਹੈ ਕਈ ਲੋਕਾਂ ਦੇ ਸਪਰਮ ਕਾਊਂਟ ਬਹੁਤ ਘੱਟ ਹੈ ਓਕੇ। ਉਹਨਾਂ 'ਚ ਵੀ ਮੁਸ਼ਕਲ ਹੈ ਸੋ ਉਹਨਾਂ ਦੇ ਵਿੱਚ ਕਈ ਵਾਰੀ ਡਿਪੈਂਡ ਕਰਦਾ ਕਿ ਕਿੰਨੇ ਸਪਰਮ ਘੱਟ ਜੀ। ਹੈ ਸੋ ਕਈ ਵਾਰੀ ਤੁਸੀਂ IUI ਦਾ ਜ਼ਿਕਰ ਕੀਤਾ ਸੀ ਉਹਦੇ ਵਿੱਚ ਇਸੇ ਤਰ੍ਹਾਂ ਹੀ ਹੈ ਕਿ ਮਤਲਬ ਉਹਨਾਂ ਨੇ ਸਪਰਮ ਲੈ ਕੇ ਤੇ ਉਹ ਛੋਟੀ ਜਿਹੀ ਇੱਕ ਗੋਲੀ ਦੇ ਵਿੱਚ ਪਾ ਦੇਣੀ ਹੈ ਮਤਲਬ ਛੋਟੀ ਜਿਹੀ ਪੈਲੇਟ ਦੇ ਵਿੱਚ ਤੇ ਉਹ ਯੂਟਰਸ ਦੇ ਵਿੱਚ ਸਿੱਧਾ ਹੀ ਪਾ ਦੇਣਾ ਤੇ ਉਹਦੇ ਨਾਲ ਫਿਰ ਪ੍ਰੈਗਨੈਂਸੀ ਦੀ ਚਾਂਸ ਵੱਧ ਸਕਦੇ ਆ ਪਰ ਜਿਨ੍ਹਾਂ ਦੇ ਸਪਰਮ ਬਹੁਤ ਘੱਟ ਹੈ ਠੀਕ ਹੈ ਨਾ ਉਹਨਾਂ ਲੋਕਾਂ ਦੇ ਵਿੱਚ IVF ਦਾ ਇੱਕ ਸਬ ਟਾਈਪ ਹੈ ਉਹਨੂੰ ਅਸੀਂ ICSI ਕਹਿੰਦੇ ਹਾਂ ਹਾਂਜੀ ਠੀਕ ਹੈ ਨਾ ਸੋ ਦੈਟਸ ਇੰਟਰਾਸਾਈਟੋਪਲਾਜ਼ਮਿਕ ਉਹਦੇ ਚ ਕੀ ਕਰਦੇ ਆ ਹਾਂ ਉਹ ਮਤਲਬ ਇੱਕ ਸਪਰਮ ਲੈ ਕੇ ਨਾ ਤੁਸੀਂ ਸੋਚ ਵੀ ਉਹ ਦਿਖਾਈ ਵੀ ਨਹੀਂ ਦਿੰਦਾ ਯੂ ਨੀਡ ਅ ਮਾਈਕਰੋਸਕੋਪ ਉਹ ਇੱਕ ਸਪਰਮ ਲੈ ਕੇ ਤੇ ਐਗ ਦੇ ਵਿੱਚ ਸਿੱਧਾ ਹੀ ਇੰਜੈਕਟ ਕਰ ਦਿੰਦਾ ਸੋ ਇਟਸ ਇੰਟਰਾਸਾਈਟੋਪਲਾਜ਼ਮਿਕ ਸਪਰਮ ਇੰਜੈਕਸ਼ਨ ਸੋ ਉਹ ਐਮਬ੍ਰੋਇਓ ਬਣ ਕੇ ਫਿਰ ਉਹਨੂੰ ਉਹ ਐਮਬ੍ਰੋਇਓ ਬਣ ਜਾਂਦਾ ਫਿਰ ਉਹ that's a better chance ਜੀ ਡਾਕਟਰ ਰੂਬੀ ਇੱਕ ਬੜਾ ਇੰਟਰਸਟਿੰਗ ਸਵਾਲ ਆਇਆ ਸਾਨੂੰ ਕਹਿੰਦੇ ਕਿ ਡਾਕਟਰ ਰੂਬੀ ਕੀ IVF ਦੇ ਵਿੱਚ ਹੈਲਪ ਕਰ ਸਕਦੇ ਨੇ ਕਹਿੰਦੇ ਤੇ ਜੇ ਪ੍ਰੈਗਨੈਂਸੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਹੈਲਪ ਕਰ ਸਕਦੇ ਨੇ ਮੈਨੂੰ ਲੱਗਦਾ ਤੁਹਾਡੇ ਕੋਲ ਤਾਂ ਸਿਰਫ ਰੈਫਰਲ ਉਹੀ ਜਾ ਸਕਦੇ ਆ ਜਿਹੜੇ ਤੁਸੀਂ ਐਕਸਪਲੇਨ ਕਰ ਸਕਦੇ ਹੋ ਹਾਂ ਬਿਲਕੁਲ ਮਤਲਬ ਜਿੱਦਾਂ ਜਦੋਂ ਗਾਇਨੋਕੋਲੋਜਿਸਟ ਕੋਈ ਬਣ ਜਾਂਦਾ OBGYN ਬਣ ਜਾਂਦਾ ਉਸ ਤੋਂ ਬਾਅਦ ਜਿਹੜੇ IVF ਕਰਦੇ ਉਹਨਾਂ ਨੂੰ 3 ਸਾਲ ਹੋਰ ਪੜ੍ਹਾਈ ਲਗਾਉਣੀ ਪੈਂਦੀ ਹੈ ਤੇ ਉਹਨਾਂ ਦੇ ਮਤਲਬ ਉਹਨਾਂ ਦਾ ਲੈਬ ਜਿਹੜਾ ਉਹ ਬਹੁਤ ਕੰਪਲੈਕਸ ਹੈ ਮਤਲਬ ਉਹਦੇ ਸਾਇੰਟਿਸਟ ਵੀ ਹੈਗੇ ਆ ਨਰਸਿਸ ਵੀ ਕਾਫੀ ਹੈ ਮਤਲਬ ਇੱਕ ਡਿਫਰੈਂਟ ਡਿਪਾਰਟਮੈਂਟ ਹੈ ਬਿਲਕੁਲ ਸੋ ਆਮ ਤੌਰ ਤੇ ਉਹ ਦੇ ਆਰ ਦ ਸਪੈਸ਼ਲਿਸਟ ਉਹ ਮਤਲਬ ਉਹਨਾਂ ਨੇ ਦਵਾਈ ਵੀ ਦੇਣੀ ਆ ਉਹਨੂੰ ਮੋਨੀਟਰ ਵੀ ਕਰਨਾ ਅਲਟਰਾਸਾਊਂਡਸ ਵੀ ਉਹਨਾਂ ਨੇ ਹੀ ਕਰਨੇ ਆ ਸੋ ਆਮ ਤੌਰ ਤੇ IVF ਉਹੀ ਕਰਦੇ ਆ ਐਂਡ ਮਤਲਬ ਇੱਥੇ ਸਾਡੇ ਸ਼ਹਿਰ ਦੇ ਵਿੱਚ ਕਾਫੀ ਲੈਬਸ ਹੈ ਬਟ ਦ ਮੇਨ ਵਨਸ ਮਤਲਬ ਆਲਿਵ ਫਰਟੀਲਿਟੀ ਹੈ ਇੱਕ PCRM ਹੈ ਇੱਕ ਗ੍ਰੇਸ ਫਰਟੀਲਿਟੀ ਹੈ ਦੋਜ਼ ਆਰ ਦ 3 ਮੇਨ ਵਨਸ ਮਤਲਬ ਹੋਰ ਵੀ ਖੁੱਲ ਜਾਣਗੇ ਅਗਲੇ ਟਾਈਮ 'ਚ ਬਟ ਦੋਜ਼ ਆਰ ਦ 3 ਮੇਨ ਵਨਸ ਮਤਲਬ ਜਿਹੜੇ ਕਿੰਨੇ ਹੀ ਟਾਈਮ ਤੋਂ ਇੱਥੇ ਕੰਮ ਕਰਦੇ ਆ UBC ਇੱਕ ਹੁੰਦਾ ਸੀ ਪਰ ਉਹ ਬੰਦ ਹੋ ਗਿਆ ਸੋ ਬਟ ਦ ਮੇਨ 3 ਆਰ ਦੋਜ਼ 3 ਮਤਲਬ ਸਰੀ ਦੇ ਵਿੱਚ ਵੀ ਮੇਰੇ ਖਿਆਲ ਆਲਿਵ ਇੱਥੇ ਹੈ ਬਰਨਬੀ ਦੇ ਵਿੱਚ PCRM ਹੈ ਸੋ ਦੋਜ਼ ਆਰ ਦ ਮੇਨ labs that ਇੱਕ ਵਾਰੀ ਪ੍ਰੈਗਨੈਂਸੀ ਹਾਸਲ ਹੋਗੀ ਅਗਰ ਕੋਈ ਕੰਪਲਿਕੇਸ਼ਨ ਹੈ then they usually send it to me so ਮੇਰਾ ਕੰਮ ਜ਼ਿਆਦਾ ਪ੍ਰੈਗਨੈਂਸੀ ਦੇ ਵਿੱਚ ਲੋਕਾਂ ਦਾ ਧਿਆਨ ਰੱਖਣਾ ਉਹ ਵੀ ਡਾਕਟਰ ਜਿਹੜਾ ਫੈਮਿਲੀ ਡਾਕਟਰ ਤੁਹਾਨੂੰ ਰੈਫਰ ਕਰਦਾ ਜੀ ਹੈ ਨਾ ਐਗਜ਼ੈਕਟਲੀ ਕਈ ਵਾਰੀ ਲੈਬ ਤੋਂ ਵੀ ਆ ਜਾਂਦਾ ਮਤਲਬ PCRM ਜਾਂ ਆਲਿਵ ਵਾਲੇ ਸਾਨੂੰ ਭੇਜ ਦਿੰਦੇ ਆ ਜੀ ਡਾਕਟਰ ਸਾਹਿਬ ਸਟ੍ਰੈਸ ਕਿੰਨਾ ਕੁ ਵੱਡਾ ਫੈਕਟਰ ਹੈ ਰਾਈਟ ਯੈਸ ਇਹ ਵੀ ਮਤਲਬ ਫਰਕ ਪੈ ਸਕਦਾ ਹੈ ਕਿਉਂਕਿ ਅਗਰ ਚਿੰਤਾ ਲੱਗੀ ਹੈ ਸਮਝ ਲਓ ਉਹੀ ਗੱਲ ਹੋ ਜਾਂਦੀ ਹੈ ਅਗਰ ਸਿਹਤ ਤੁਹਾਡੀ ਠੀਕ ਹੈ then everything is working fine ਅਗਰ ਸਟ੍ਰੈਸ ਜ਼ਿਆਦਾ ਹੋ ਸਕਦਾ ਤੁਹਾਡੇ ਪੀਰੀਅਡਸ ਵੀ ਬੰਦ ਹੋ ਸਕਦੇ ਆ ਸਪਰਮ ਕਾਊਂਟ ਤੇ ਹੀ ਫਰਕ ਪੈ ਸਕਦਾ ਸੋ ਇਸ ਨੂੰ ਮੈਨੇਜ ਕਰਨਾ ਬਹੁਤ ਜ਼ਰੂਰੀ ਹੈ ਐਂਡ ਦੈਨ ਉਹਦੇ ਨਾਲ ਇਹ ਹੈ ਕਿ ਇਹ ਵੀ ਹੈ ਕਿ ਜਦੋਂ ਪ੍ਰੈਗਨੈਂਸੀ ਹੋਗੀ ਤੇ ਫਿਰ ਪ੍ਰੈਗਨੈਂਸੀ ਵੀ ਅਗਰ ਸਟ੍ਰੈਸ ਬਹੁਤ ਜ਼ਿਆਦਾ ਪ੍ਰੈਗਨੈਂਸੀ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੋ ਸਕਦੀ ਹੈ ਹੋਰ ਪ੍ਰੋਬਲਮਸ ਹੋ ਸਕਦੀਆਂ ਐਂਡ ਦੈਨ ਇੱਕ ਵਾਰੀ ਬੇਬੀ ਪੈਦਾ ਹੋ ਗਿਆ ਉਹ ਅਗਰ ਤੁਸੀਂ ਸਟ੍ਰੈਸ 'ਚ ਉਹ ਵੀ ਠੀਕ ਤਰ੍ਹਾਂ ਪਲੇਗਾ ਨਹੀਂ ਸੋ ਆਈ ਥਿੰਕ ਸਟ੍ਰੈਸ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਡਾਕਟਰ ਸਾਹਿਬ ਅੱਜ ਕੱਲ੍ਹ ਤਾਂ ਐਗ ਫਰੀਜ਼ ਕਰਾਉਣਾ ਜਾਂ ਇਹੋ ਜਿਹੀਆਂ ਚੀਜ਼ਾਂ ਬੜੀਆਂ ਕਾਮਨ ਹੋ ਗਈਆਂ ਅੱਗੇ ਆਪਾਂ ਰੂਟੀਨ ਦੇ ਵਿੱਚ ਨਹੀਂ ਇਹ ਗੱਲਾਂ ਸੁਣਿਆ ਕਰਦੇ ਸੀਗੇ ਹੁਣ ਤਾਂ ਕਈ ਵਾਰ ਜਿਹੜੇ ਯੰਗ ਬੱਚੇ ਹੈਗੇ ਉਹ ਕਹਿ ਦਿੰਦੇ ਅਸੀਂ ਆਪਣੇ ਐਗ ਫਰੀਜ਼ ਕਰਾ ਲੈਂਦੇ ਹਾਂ ਜਦੋਂ ਸਾਨੂੰ ਅਸੀਂ ਬੇਬੀ ਪਲਾਨ ਕਰਨਾ ਹੋਇਆ ਕਰ ਲਾਂਗੇ ਇਹਦੇ ਬਾਰੇ ਸਾਨੂੰ ਦੱਸੋ ਜੀ ਅਮੇਜ਼ਿੰਗ ਹੈ ਨਾ ਸੋ ਇਹ ਮਤਲਬ ਜਿਸ ਤਰ੍ਹਾਂ ਸੋਸਾਇਟੀ ਚੇਂਜ ਹੋ ਰਹੀ ਹੈ ਮਤਲਬ ਲੋਕ ਆਪਣਾ ਮਤਲਬ ਅਸੀਂ ਪੜ੍ਹਾਈ ਕਰਨੀ ਚਾਹੁੰਦੇ ਹਾਂ ਪੜ੍ਹਾਈ ਕਰਨ ਤੋਂ ਬਾਅਦ ਫਿਰ ਕੰਮ ਕਰਨਾ ਚਾਹੁੰਦੇ ਆ ਫਿਰ ਕੰਮ ਕਰਨ ਤੋਂ ਬਾਅਦ ਅਸੀਂ ਬੇਬੀ ਲੈਣਾ ਚਾਹੁੰਦੇ ਸੋ ਉਹੀ ਗੱਲ ਹੋ ਜਾਂਦੀ ਕਿ ਉਹ ਡਿਲੇ ਹੋ ਜਾਂਦਾ ਐਂਡ ਸੋ ਐਗ ਫਰੀਜ਼ਿੰਗ ਪਹਿਲਾਂ ਪੁਰਾਣੇ ਜ਼ਮਾਨੇ 'ਚ ਸਾਡੇ ਕੋਲ ਟੈਕਨੋਲੋਜੀ ਨਹੀਂ ਸੀ and just in the last ਮਤਲਬ 5-10 ਸਾਲਾਂ ਦੇ ਵਿੱਚ ਹੀ ਫਰਕ ਪਿਆ that they have the ਕਿਉਂਕਿ ਉਹ ਜਿਹੜਾ ਸੈੱਲ ਹੈ ਸਮਝ ਲਓ ਉਹਦੇ ਕ੍ਰਿਸਟਲ ਬਣ ਜਾਂਦੇ ਸੀ and ਉਹ ਸੈੱਲ ਫਟ ਜਾਂਦਾ ਸੀ ਸੋ ਫਰੀਜ਼ ਨਹੀਂ ਸੀ ਹੋ ਸਕਦਾ but now they have ਐਸਾ ਤਰੀਕਾ ਹੈਗਾ that you can freeze it'll freeze really quickly and then ਉਹਦੀ fertility chance is not as good as IVF but almost as good and ਮਤਲਬ ਅਗਰ ਕਿਸੇ ਦੀ ਉਮਰ 35 ਸਾਲ ਹੈ 36 ਸਾਲ ਮਤਲਬ 48 ਸਾਲ ਤੱਕ then and they think oh ਮੇਰਾ ਪਾਰਟਨਰ ਨਹੀਂ ਹੈ ਤੇ ਮੈਂ ਬੇਬੀ ਲੈਣਾ ਚਾਹੁੰਦੀ ਹਾਂ right then I think there's a chance to freeze the egg so and the age is 38 ਅੱਛਾ that's what they say where it's cost effective ਠੀਕ ਹੈ ਨਾ and ਪਰ ਇਹ ਵੀ ਮੈਂ ਦੇਖਿਆ ਕਿ ਕਈ ਲੋਕਾਂ ਦਾ they have no partner okay
ਪਰ ਉਹ ਬੇਬੀ ਵੀ ਲੈ ਜਾਂਦੇ ਆ ਪਰ ਉਮਰ ਵੀ ਵੱਧ ਰਹੀ ਹੈ ਯੈਸ ਸੋ ਉਹ ਕਹਿੰਦੇ ਚਲੋ ਮੈਂ ਡੋਨਰ ਸਪਰਮ ਲੈ ਕੇ ਤੇ ਮਾਂ ਬਣ ਜਾਂਦੀਆਂ ਤੇ ਉਹਨਾਂ ਦੀ ਸਪੋਰਟ ਵੀ ਹੁੰਦੀ ਹੈ ਮਤਲਬ ਉਹਨਾਂ ਦੀ ਫੈਮਿਲੀ ਦੀ ਸਪੋਰਟ ਸੋ ਇਹ ਵੀ ਕਈ ਵਾਰੀ ਅਸੀਂ ਕੇਸਿਸ ਦੇਖਦੇ ਕਿ ਲੋਕਾਂ ਨੇ ਡਿਸਾਈਡ ਕੀਤਾ ਕਿ ਮੇਰਾ ਪਾਰਟਨਰ ਹੈ ਨਹੀਂ ਪਰ ਮੈਂ ਬੇਬੀ ਜ਼ਰੂਰ ਲੈਣਾ ਪਰ ਆਮ ਰਨਿੰਗ ਆਊਟ ਆਫ ਟਾਈਮ ਤੇ ਹੁਣ ਇਹ ਮੇਰਾ ਮੌਕਾ ਬਣਦਾ ਸੋ ਨਾ ਐਗ ਫਰੀਜ਼ਿੰਗ ਇੱਕ ਤਰੀਕਾ ਪਰ ਈਵਨ ਹੈਵਿੰਗ ਅ ਬੇਬੀ ਪਰ ਇਹ ਮਤਲਬ ਤੁਹਾਨੂੰ ਆਪਣੀ ਜ਼ਿੰਦਗੀ ਵੱਲ ਦੇਖਣਾ ਪੈਣਾ ਮਤਲਬ ਇਜ਼ ਇਟ ਦ ਰਾਈਟ ਟਾਈਮ ਮੈਂ ਕਿੱਦਾਂ ਪਾਲ ਸਕਾਂਗਾ ਬੇਬੀ ਨੂੰ ਜਦੋਂ ਤੁਸੀਂ ਡੋਨਰ ਐਗ ਤੇ ਡੋਨਰ ਸਪਰਮ ਦੀ ਗੱਲ ਕਰਦੇ ਹੋ ਇਹ ਡਾਕਟਰ ਡਿਸਾਈਡ ਕਰਦੇ ਆ ਜੀ ਕਿ ਇਹ ਜਿਹੜਾ ਜਿਹਨੇ ਸਪਰਮ ਲੈਣਾ ਹੈ ਉਹ ਜਾਂ ਐਗ ਲੈਣਾ ਉਹ ਡਿਸਾਈਡ ਕਰਦਾ ਵੀ ਮੈਨੂੰ ਕਿੱਦਾਂ ਦਾ ਚਾਹੀਦਾ ਹੈ ਕਿਵੇਂ ਸਾਰੀ ਇਟਸ ਅਮੇਜ਼ਿੰਗ ਮਤਲਬ ਉਹਨਾਂ ਕੋਲ ਕਿਤਾਬ ਹੁੰਦੀ ਹੈ ਅੱਛਾ ਰਾਈਟ ਜਿਹਨੇ ਲੈਣਾ ਐਂਡ ਦੇ ਕੈਨ ਸੀ ਕਿ ਮਤਲਬ ਇਹ ਡੋਨਰ ਦੀ ਮਤਲਬ ਥੋੜਾ ਯੂ ਤੁਸੀਂ ਦੱਸ ਨਹੀਂ ਸਕਦੇ ਕੌਣ ਹੈ ਪਰ ਥੋੜੀ ਉਹਦੀ ਡਿਸਕ੍ਰਿਪਸ਼ਨ ਮਿਲ ਜਾਏਗੀ ਕਿ ਇਸ ਤਰ੍ਹਾਂ ਐਂਡ ਸੋ ਦੇ ਟਰਾਈ ਟੂ ਮੈਚ ਇਟ ਕਿ ਮਤਲਬ ਸਮਝ ਲਓ ਕੋਈ ਚਾਈਨੀਜ਼ ਪੇਸ਼ੈਂਟ ਹੈ ਨਾ ਤੇ ਉਹਨਾਂ ਨੇ ਕਿਸ ਤਰ੍ਹਾਂ ਦਾ ਐਗ ਲੈਣਾ ਜਾਂ ਕਿਸ ਤਰ੍ਹਾਂ ਸਪਰਮ ਲੈਣਾ ਉਹਦੇ ਹਿਸਾਬ ਦੇ ਨਾਲ ਦੇ ਕੈਨ ਚੂਜ਼ ਇਟ ਤੇ ਉਹਨਾਂ ਦੇ ਮਤਲਬ ਉਹ ਥੋੜੀ ਹਿਸਟਰੀ ਵੀ ਹੁੰਦੀ ਹੈ ਕਿ ਇਹ ਜਿਹੜਾ ਡੋਨਰ ਹੈ ਕਿੱਥੋਂ ਆਇਆ ਹੈ ਪੇਸ਼ੈਂਟ ਨੂੰ ਦਿੱਤੀ ਜਾਂਦੀ ਹੈ ਟੂ ਡਿਸਾਈਡ 100% ਓਕੇ ਸੋ ਡਾਕਟਰਸ ਨਹੀਂ ਡਿਸਾਈਡ ਕਰਦੇ ਦੇ ਕੈਨ ਗਾਈਡ ਯੂ ਠੀਕ ਹੈ ਨਾ ਪਰ ਅਲਟੀਮੇਟ ਡਿਸੀਜਨ ਤਾਂ ਪੇਸ਼ੈਂਟ ਦਾ ਹੈ ਓਕੇ ਅੱਛਾ ਨਿਊਟ੍ਰੀਸ਼ਨ ਦੀ ਵੀ ਥੋੜੀ ਜਿਹੀ ਗੱਲ ਕਰਨਾ ਚਾਹੁੰਦੀ ਹਾਂ ਡਾਕਟਰ ਸਾਹਿਬ ਨਿਊਟ੍ਰੀਸ਼ਨ ਅੱਜ ਕੱਲ੍ਹ ਹੁਣ ਡਾਈਟਸ ਵੀ ਇਹੋ ਜਿਹੀਆਂ ਹੋ ਗਈਆਂ ਸਮੇਂ ਦੇ ਨਾਲ ਬੜਾ ਕੁਝ ਬਦਲ ਗਿਆ ਨਿਊਟ੍ਰੀਸ਼ਨ ਦਾ ਵੀ ਕੋਈ ਰੋਲ ਹੁੰਦਾ ਜੀ ਪ੍ਰੈਗਨੈਂਸੀ ਕਨਸੀਵ ਕਰਨ ਦੇ ਵਿੱਚ ਆਈ ਆਲਵੇਜ਼ ਥਿੰਕ ਮਤਲਬ ਜਿਹੜੀ ਪ੍ਰੈਗਨੈਂਸੀ ਹੈ ਇਟਸ ਲਾਈਕ ਜਿੱਦਾਂ ਜਿਹੜੀ ਡਿਲੀਵਰੀ ਹੈ ਦੈਟਸ ਲਾਈਕ ਗੋਇੰਗ ਟੂ ਦ ਓਲੰਪਿਕ ਗੇਮਸ ਮੈਂ ਹੀ ਆਪਣੇ ਪੇਸ਼ੈਂਟ ਦੱਸਦਾ ਹੁੰਦਾ ਸੋ ਤੁਸੀਂ ਅਗਰ ਓਲੰਪਿਕਸ ਤੇ ਜਾਣਾ ਹੈ ਯੂ ਹੈਵ ਟੂ ਬੀ ਇਨ ਬੈਸਟ ਕੰਡੀਸ਼ਨ ਪੋਸੀਬਲ And so मतलब ये ज़रूरी है कि मतलब अगर सेहत ठीक है going into pregnancy फिर pregnancy ज़्यादा सफल होगी and even pregnancy ਦੇ ਵਿੱਚ ਵੀ ਆਪਣਾ ਤੁਸੀਂ ਧਿਆਨ ਰੱਖੋ then your pregnancy will be very safe ਕਈ ਲੋਕ ਸੋਚਦੇ ਹਾਂ ਨਹੀਂ ਮੈਂ ਪ੍ਰੈਗਨੈਂਟ ਹੁਣ ਮੈਂ ਲੰਮੇ ਪੈਣਾ ਮੈਂ ਕੁਝ ਨਹੀਂ ਕਰਨਾ ਮਤਲਬ ਉਹ ਕੁਝ ਖਰਾਬ ਨਾ ਹੋ ਜਾਵੇ that's actually not good ਅਗਰ if the mom is active ਤੇ ਫਿਰ ਉਹਦੀ pregnancy ਜ਼ਿਆਦਾ ਸਫਲ ਰਹੇਗੀ ਬਿਲਕੁਲ ਡਾਕਟਰ ਵੀ ਥੋੜ੍ਹੀ ਜਿਹੀ ਗੱਲ ਕਰੀਏ ਜੀ ਕਿ ਜਦੀ ਆਪਾਂ ਗੱਲ ਕਰਦੇ ਪਏ ਸੀਗੇ ਹੁਣੇ ਕਿ ਤੁਸੀਂ ਕੋਈ ਚੀਜ਼ਾਂ ਉਹਨਾਂ ਕਪਲਸ ਨੂੰ ਸੁਜੈਸਟ ਕਰਨੀਆਂ ਚਾਹੋ ਜਿਹੜੇ ਚਾਹੁੰਦੇ ਨੇ ਇਸ ਵੇਲੇ ਕਨਸੀਵ ਕਰਨਾ ਪਰ ਕਈ ਵਾਰੀ ਹੁੰਦਾ ਵੀ ਕਿਸੇ ਕਾਰਨ ਕਰਕੇ ਪ੍ਰੈਗਨੈਂਸੀ ਨਹੀਂ ਹੋ ਰਹੀ ਕੁਝ ਤੁਸੀਂ ਟਿਪਸ ਦੱਸਣੀਆਂ ਚਾਹੋ ਜੀ ਉਹਨਾਂ ਨੂੰ ਵੈਲ ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਮਤਲਬ ਟਾਈਮ ਲੱਗ ਜਾਂਦਾ ਠੀਕ ਹੈ ਨਾ ਸੋ ਇਹ ਨਹੀਂ ਹੈ ਕਿ ਮਤਲਬ ਹਾਂ ਅਸੀਂ 1 ਮਹੀਨਾ ਕੋਸ਼ਿਸ਼ ਕੀਤੀ ਤੇ ਪ੍ਰੈਗਨੈਂਸੀ ਨਹੀਂ ਹੋਈ ਪਰ ਇਹ ਮੈਂ ਜ਼ਰੂਰ ਕਹਿ ਸਕਦਾ ਕਿ 1 ਸਾਲ ਦੇ ਵਿੱਚ ਮਤਲਬ 12 ਮਹੀਨੇ ਦੇ ਵਿੱਚ 85% ਚਾਂਸ ਹੈ ਕਿ ਤੁਹਾਡੀ ਪ੍ਰੈਗਨੈਂਸੀ ਹੋਏਗੀ ਸੋ ਆਮ ਤੌਰ 'ਤੇ ਅਗਰ ਪ੍ਰੈਗਨੈਂਸੀ 1 ਸਾਲ ਦੇ ਵਿੱਚ ਨਾ ਹੋਏ ਫਿਰ ਉਸ ਟਾਈਮ 'ਤੇ ਅਸੀਂ ਜ਼ਰੂਰ ਮੈਡੀਕਲ ਟਰੀਟਮੈਂਟ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੰਦੇ ਹਾਂ ਥੋੜ੍ਹਾ ਜਿਹਾ ਏਜ 'ਤੇ ਵੀ ਡਿਪੈਂਡ ਕਰਦਾ ਕਿ ਅਗਰ ਉਮਰ 35 ਸਾਲ ਹੈ 35 ਸਾਲ ਤੋਂ ਉੱਪਰ ਅਸੀਂ ਚਾਹੁੰਦੇ ਕਿ 6 ਮਹੀਨੇ ਦੇ ਵਿੱਚ ਪਤਾ ਲੱਗ ਜਾਏ ਜੇ ਕਿਸੇ ਦੀ ਉਮਰ 40 ਸਾਲ ਦੀ ਹੈ ਅਤੇ ਉਹ ਪ੍ਰੈਗਨੈਂਸੀ ਨਹੀਂ ਹੋ ਰਹੀ ਉਹ ਆ ਕੇ ਡਾਕਟਰ ਨੂੰ ਦਿਖਾ ਲੈਣ ਪਰ 35 ਸਾਲ ਤੋਂ ਘੱਟ ਮਤਲਬ ਅਸੀਂ ਚਾਹੁੰਦੇ ਕਿ 1 ਸਾਲ ਵਾਸਤੇ ਕੋਈ ਮਤਲਬ 6 ਮਹੀਨੇ ਵਾਸਤੇ ਕੋਈ ਕੋਸ਼ਿਸ਼ ਕਰ ਰਿਹਾ ਪ੍ਰੈਗਨੈਂਸੀ ਨਹੀਂ ਹੈ ਅਸੀਂ ਉਹਨਾਂ ਨੂੰ ਕਹਿੰਦੇ ਕਿ ਨਹੀਂ ਹਾਲੇ ਟਾਈਮ ਦੇਵੋ ਐਂਡ ਉਹਨਾਂ ਨੂੰ ਇੰਸਟਰਕਸ਼ਨਸ ਇਹੀ ਹੁੰਦੀ ਕਿ ਮਤਲਬ ਠੀਕ ਖਾਣਾ ਪੀਣਾ ਠੀਕ ਖਾਓ ਪੀਓ ਐਕਸਰਸਾਈਜ਼ ਕਰੋ ਅਤੇ ਮਤਲਬ ਨਸ਼ਿਆਂ ਤੋਂ ਬਚੋ ਐਂਡ ਦੈਨ ਦੂਸਰੀ ਗੱਲ ਇਹ ਹੈ ਕਿ ਮਤਲਬ ਟਾਈਮਿੰਗ ਦੀ ਗੱਲ ਵੀ ਹੈ ਜਿਸ ਤਰ੍ਹਾਂ ਅਸੀਂ ਜ਼ਿਕਰ ਕਰ ਰਹੇ ਸੀ ਸੋ ਸਮਝ ਲਓ ਕਿ ਮਤਲਬ ਕਿਸੇ ਦੇ ਪੀਰੀਅਡਸ ਰੈਗੂਲਰ ਆ ਰਹੇ ਮਹੀਨੇ ਦੇ ਵਿੱਚ ਇੱਕ ਵਾਰੀ ਜਿਹੜਾ ਉਹ ਐਗ ਨਿਕਲਣਾ ਉਹ ਅਸਲ 'ਚ ਅਗਲੇ ਪੀਰੀਅਡ ਤੋਂ ਦੋ ਹਫ਼ਤੇ ਪਹਿਲਾਂ ਮਤਲਬ ਜਦੋਂ ਪੀਰੀਅਡ ਆ ਗਿਆ ਉਸ ਤੋਂ 2 ਹਫ਼ਤੇ ਬਾਅਦ ਇਜ਼ ਦ ਬੈਸਟ ਟਾਈਮ ਟੂ ਟਰਾਈ ਤੇ ਕਈ ਲੋਕ ਮਤਲਬ ਓਵੂਲੇਸ਼ਨ ਕਿਟ ਵੀ ਵਰਤ ਲੈਂਦੇ ਐਪ ਵੀ ਹੈ ਬਿਲਕੁਲ ਦ ਐਪਸ ਆਰ ਵੈਰੀ ਗੁੱਡ ਉਹ ਵੀ ਦੱਸਦੇ ਕਿ ਇਹ ਦਿਸ ਇਜ਼ ਦ ਬੈਸਟ ਟਾਈਮ ਟੂ ਟਰਾਈ ਫॉर ਪ੍ਰੈਗਨੈਂਸੀ ਠੀਕ ਹੈ ਨਾ ਪਰ ਆਮ ਤੌਰ 'ਤੇ ਮਤਲਬ ਅਸੀਂ ਕਹਿੰਦੇ ਮੈਂ ਪੇਸ਼ੈਂਟਸ ਨੂੰ ਇਹੀ ਦੱਸਦਾ ਕਿ ਪੀਰੀਅਡ ਜਦੋਂ ਸ਼ੁਰੂ ਹੋ ਗਿਆ ਉਸ ਤੋਂ 10 ਤੇ 20 ਦਿਨ ਦੇ ਵਿਚਕਾਰ ਉਸ ਟਾਈਮ 'ਤੇ ਬੈਸਟ ਟਾਈਮ ਹੈ ਟਰਾਈ ਕਰਨ ਵਾਸਤੇ ਐਂਡ ਅਗਰ ਉਸ ਟਾਈਮ 'ਤੇ ਕੋਸ਼ਿਸ਼ ਕਰੋ ਤੇ ਪ੍ਰੈਗਨੈਂਸੀ ਹੋ ਜਾਣੀ ਚਾਹੀਦੀ ਹੈ ਹਾਂਜੀ ਜਿਵੇਂ ਤੁਸੀਂ ਕਿਹਾ ਵੀ ਜੇ 1 ਸਾਲ ਹੋ ਜਾਂਦਾ ਉਸ ਤੋਂ ਬਾਅਦ ਕਪਲ ਤੁਹਾਡੇ ਕੋਲ ਆਉਂਦਾ 1 ਸਾਲ ਹੋ ਗਿਆ 1.5 ਸਾਲ ਹੋ ਗਿਆ ਪ੍ਰੈਗਨੈਂਸੀ ਨਹੀਂ ਹੋਈ ਉਹ ਬੇਬੀ ਪਲਾਨ ਕਰਨਾ ਚਾਹੁੰਦੇ ਨੇ ਸੋ ਸਭ ਤੋਂ ਪਹਿਲਾਂ ਕਿਹੜੇ ਫਰਟੀਲਿਟੀ ਟੈਸਟ ਹੁੰਦੇ ਆ ਜੀ ਬੋਥ ਮੈਨ ਐਂਡ ਵੂਮਨ ਸੋ ਜਿਸ ਤਰ੍ਹਾਂ 3 ਚੀਜ਼ਾਂ ਨੇ ਠੀਕ ਹੈ ਨਾ ਇੱਕ ਤਾਂ ਐਗਜ਼ ਬਣ ਰਹੇ ਸੋ ਉਹ ਸਾਨੂੰ ਸਟੋਰੀ ਤੋਂ ਪਤਾ ਲੱਗਦਾ ਕਿ ਅਗਰ ਕਿਸੇ ਦਾ ਪੀਰੀਅਡ ਹਰ ਮਹੀਨੇ ਆ ਰਿਹਾ ਰੈਗੂਲਰ ਦੈਨ ਯੂ ਨੋ ਕਿ ਐਗਜ਼ ਬਣ ਰਿਹਾ ਪਰ ਤਾਂ ਵੀ ਅਸੀਂ ਟੈਸਟ ਬਲੱਡ ਟੈਸਟ ਕਰਦੇ ਇਹੀ ਪ੍ਰੂਵ ਕਰਨ ਵਾਸਤੇ ਕਿ ਹੋ ਰਿਹਾ ਸੋ we'll check the hormones ਉਹਨਾਂ ਵਾਸਤੇ ਦੂਸਰਾ ਅਸੀਂ ਚਾਹੁੰਦੇ ਕਿ ਸਪਰਮ ਵੀ ਠੀਕ ਹੋਣਾ ਚਾਹੀਦਾ ਸੋ ਸਪਰਮ ਟੈਸਟ ਜਿਹੜਾ ਉਹ ਇਟਸ ਅ ਈਜ਼ੀ ਟੈਸਟ ਮਤਲਬ ਉਹ ਲੈਬ 'ਤੇ ਹੋ ਜਾਂਦਾ
ਅਬ ਮੇਨ ਚੀਜ਼ ਤਾਂ ਇਹ ਹੈ ਕਿ ਉਹ ਕਲੈਕਸ਼ਨ ਜਿਹੜਾ ਕਰਨਾ ਉਹ ਘਰੇ ਕਰਨਾ ਪੈਂਦਾ ਐਂਡ ਦੈਨ ਯੂ ਟੇਕ ਇਟ ਟੂ ਦ ਲੈਬ ਤੇ ਤੀਸਰੀ ਚੀਜ਼ ਜਿਹੜੀ ਆ ਉਹ ਸਾਨੂੰ ਕੋਈ ਰਸਤਾ ਚਾਹੀਦਾ ਕਿ ਐਗ ਤੇ ਸਪਰਮ ਇਕੱਠੇ ਹੋ ਜਾਣ ਤੇ ਉਸ ਨੂੰ ਟੈਸਟ ਕਰਨ ਵਾਸਤੇ ਐਕਸ-ਰੇ ਹੁੰਦਾ ਅੱਛਾ ਜੀ ਤੇ ਉਹ ਐਕਸ-ਰੇ ਮਤਲਬ ਉਹਨੂੰ ਡਾਈ ਟੈਸਟ ਕਰ ਦਿੰਦੇ ਆ ਜਾਂ HSG ਕਰ ਦਿੰਦੇ ਆ ਉਹਦੇ ਨਾਲ ਥੋੜੀ ਜਿਹੀ ਡਾਈ ਯੂਟਰਸ ਦੇ ਵਿੱਚ ਪਾ ਦਿੰਦੇ ਤੇ ਉਹ ਦੇਖ ਲੈਂਦੇ ਐਕਸ-ਰੇ ਦੇ ਨਾਲ ਕਿ ਹਾਂ ਟਿਊਬਸ ਖੁੱਲੀਆਂ ਨੇ ਕਿ ਟਿਊਬਸ ਬੰਦ ਨੇ ਸੋ ਇਹ ਦੋਜ਼ ਆਰ ਦ 3 ਮੇਨ ਟੈਸਟ ਅਗਰ ਮਤਲਬ ਕਿਸੇ ਦੇ ਸਾਈਕਲ ਨਹੀਂ ਰੈਗੂਲਰ ਨਹੀਂ ਆ ਰਹੇ ਅਸੀਂ ਪਹਿਲਾਂ ਇਹ ਪਤਾ ਕਰਨਾ ਚਾਹੁੰਦੇ ਕਿ ਕਿਉਂ ਨਹੀਂ ਆ ਰਹੇ ਕਈ ਵਾਰੀ ਨਹੀਂ ਪਤਾ ਲੱਗਦਾ ਪਰ ਉਹਦੇ ਵਾਸਤੇ ਵੀ ਇਲਾਜ ਆ ਕਿ ਅਸੀਂ ਦਵਾਈ ਦੇ ਕੇ ਪੀਰੀਅਡਸ ਨਾਰਮਲ ਲਿਆ ਸਕਦੇ ਹਾਂ ਤੇ ਉਹਦਾ ਪ੍ਰੈਗਨੈਂਸੀ ਵੱਧ ਸਕਦੀ ਆ ਮੈਨ ਵਾਸਤੇ ਮਤਲਬ ਅਗਰ ਸਪਰਮ ਕਾਊਂਟ ਘੱਟ ਹੈ ਉਹ ਵੀ ਯੂਰੋਲੋਜਿਸਟ ਨੂੰ ਕਈ ਵਾਰੀ ਦਿਖਾ ਦਿੰਦੇ ਆ ਤੇ ਮਤਲਬ ਜਿਸ ਤਰ੍ਹਾਂ ਅਸੀਂ ਕਿਹਾ ਕਿ ਕਈ ਵਾਰੀ ਲਾਈਫ ਸਟਾਈਲ ਚੀਜ਼ ਹੁੰਦੀ ਹੈ ਕਈ ਵਾਰੀ ਛੋਟਾ ਜਿਹਾ ਆਪਰੇਸ਼ਨ ਵੀ ਕਰਨਾ ਪੈਂਦਾ ਐਂਡ ਦੈਨ ਅਗਰ ਟਿਊਬਸ ਬੰਦ ਨੇ ਐਕਚੁਅਲੀ IVF ਟਿਊਬਲ ਬਲੌਕੇਜ ਕਰਕੇ ਸੀ ਕਿਉਂਕਿ ਐਗ ਤੇ ਸਪਰਮ ਮਿਲ ਨਹੀਂ ਸਕਦੇ ਤੇ ਉਹ ਫਿਰ ਅਸੀਂ ਲੈਬ ਦੇ ਸ਼ੁਰੂਆਤ ਉੱਥੋਂ ਹੀ ਹੋਈ ਹੈ ਸੋ ਦ ਬੈਸਟ ਐਕਚੁਅਲੀ ਰਿਜ਼ਲਟ ਕਿ ਮਤਲਬ ਕਿਸੇ ਦੇ ਬੈਸਟ ਚਾਂਸ ਫॉर IVF ਉਹਨਾਂ ਲੋਕਾਂ ਚ ਹੁੰਦੀ ਹੈ ਜਿਨ੍ਹਾਂ ਚ ਟਿਊਬਲ ਬਲੌਕੇਜ ਹੈ ਅੱਛਾ ਮੈਂ ਨਾ ਤੁਹਾਨੂੰ ਇਹ ਵੀ ਪੁੱਛਣਾ ਸੀਗਾ ਵੀ ਜਦੋਂ ਹੁਣ ਤੁਸੀਂ ਕਿਹਾ ਵੀ 1 ਸਾਲ ਹੋ ਗਿਆ 1.5 ਸਾਲ ਹੋ ਗਿਆ ਨਹੀਂ ਪ੍ਰੈਗਨੈਂਸੀ ਹੋ ਰਹੀ ਕਨਸੀਵ ਨਹੀਂ ਹੋਇਆ ਤੁਹਾਡੇ ਕੋਲ ਆਏ ਤੁਸੀਂ ਟੈਸਟ ਵੀ ਸਾਰੇ ਕਰਾ ਕੇ ਦੇਖ ਲਏ ਉਸ ਤੋਂ ਬਾਅਦ ਤੁਸੀਂ ਟ੍ਰੀਟਮੈਂਟ ਵੀ ਦਿੱਤਾ ਲੇਕਿਨ ਫਿਰ ਵੀ ਕੋਈ ਪੋਜ਼ਿਟਿਵ ਰਿਜ਼ਲਟ ਨਹੀਂ ਆਇਆ ਕਦੋਂ ਇੱਕ ਬੈਸਟ ਟਾਈਮ ਹੁੰਦਾ ਜੀ ਇਹ ਕਪਲ ਸੋਚੇ ਵੀ ਹੁਣ ਮੈਨੂੰ ਆਈ ਸ਼ੁਡ ਗੋ ਫॉर IVF ਸੋ ਆਮ ਤੌਰ ਤੇ ਉਸੇ ਤਰ੍ਹਾਂ ਮਤਲਬ ਵਿਲ ਡੂ ਦਿਸ ਕਈ ਵਾਰੀ ਅਸੀਂ ਓਵੂਲੇਸ਼ਨ ਇੰਡਕਸ਼ਨ ਕਰਦੇ ਉਹ ਦਵਾਈ ਦੇ ਕੇ ਮਤਲਬ ਉਹਦੇ ਨਾਲ ਪ੍ਰੈਗਨੈਂਸੀ ਦੇ ਚਾਂਸ ਵੱਧ ਸਕਦੇ ਆ that's first step ਦੂਸਰੀ ਚੀਜ਼ ਕਈ ਵਾਰੀ ਅਸੀਂ IUI का is the second step and then ਥੋੜੇ diagnosis ਤੇ ਵੀ ਡਿਪੈਂਡ ਕਰਦਾ ਪਰ ਅਗਰ ਉਹ ਚੀਜ਼ਾਂ ਨਹੀਂ ਬਣੀਆਂ then the next step really is IVF ਉਸ ਤੋਂ ਪਹਿਲਾਂ ਵੀ ਸਟੈਪ ਹੈਗਾ ਸੁਪਰ ਓਵੂਲੇਸ਼ਨ ਉਹ ਅਸੀਂ ਟੀਕਾ ਲਗਾ ਕੇ ਜਿਹੜਾ FSH ਹੈ FSH ਦਾ ਟੀਕਾ ਲਗਾ ਕੇ ਉਹ ਕਿੰਨੇ ਐਗਸ ਬਣ ਜਾਂਦੇ ਆ ਤੇ ਉਹਦੇ ਨਾਲ ਫਿਰ ਪ੍ਰੈਗਨੈਂਸੀ ਦੇ ਚਾਂਸ ਵੱਧ ਪਰ ਟਿਊਬਸ ਖੁੱਲੀਆਂ ਹੋਣੀਆਂ ਚਾਹੀਦੀਆਂ ਉਹਦੇ ਵਾਸਤੇ so we'll do that super ovulation and then the last step is IVF ਡਾਕਟਰ ਸਾਹਿਬ ਜੇ ਤੁਸੀਂ ਇੱਕ ਪੀਸ ਆਫ ਐਡਵਾਈਸ ਦੇਣੀ ਹੋਏ ਕਪਲਸ ਨੂੰ ਹੂ ਆਰ ਪਲੈਨਿੰਗ ਟੂ ਕਨਸੀਵ ਔਰ ਆਪਣੀ ਫੈਮਿਲੀ ਸਟਾਰਟ ਕਰਨ ਲਈ ਕੀ ਦਿਓਗੇ ਜੀ ਸੋ ਦ ਮੇਨ ਅਸੀਂ ਹਮੇਸ਼ਾ ਚਾਹੁੰਦੇ ਹਾਂ ਕਿ ਮਤਲਬ ਪ੍ਰੈਗਨੈਂਸੀ ਦੀ ਸ਼ੁਰੂਆਤ ਜਾਂ 35 ਸਾਲ ਦੀ ਉਮਰ ਤੋਂ ਪਹਿਲਾਂ ਹੋ ਜਾਵੇ ਤਾਂ ਬਿਹਤਰ ਹੈ ਐਂਡ ਈਵਨ ਇਫ ਯੂ ਹੈਵ ਵਨ ਬੇਬੀ ਤਾਂ ਫਿਰ ਉਸ ਤੋਂ ਬਾਅਦ ਨੈਕਸਟ ਪ੍ਰੈਗਨੈਂਸੀ ਹਾਸਲ ਕਰਨੀ ਸੌਖੀ ਹੈ ਪਰ ਮਤਲਬ ਇਹ ਵੀ ਇਹ ਕਹਿਣਾ ਸੌਖਾ ਪਰ ਕਰਨਾ ਔਖਾ ਕਿਉਂਕਿ ਕਈ ਲੋਕਾਂ ਦੀ ਸਿਚੁਏਸ਼ਨ ਲਾਈਫ ਦੇ ਵਿੱਚ ਕੀ ਹਿਸਾਬ ਕਿਤਾਬ ਹੈ ਪਰ ਇਹੀ ਮੈਂ ਕਹਿਣਾ ਚਾਹੁੰਦਾ ਕਿ ਮਤਲਬ ਇਹ ਨਾ ਸੋਚੋ ਕਿ ਹਾਂ ਮਤਲਬ 5 ਸਾਲ ਬਾਅਦ ਅਸੀਂ ਚੈੱਕ ਕਰ ਲਾਂਗੇ ਸੋ the sooner you can do it the better and then ਇਹ ਵੀ ਮੈਂ ਇਹ ਵੀ ਮਤਲਬ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਕਈ ਲੋਕ ਸ਼ਰਮਾਉਂਦੇ ਆ ਨਹੀਂ ਜਾਂਦੇ ਡਾਕਟਰ ਕੋਲ ਪਰ ਹਾਂ ਡਾਕਟਰ ਤੁਹਾਡੀ ਮਦਦ ਕਰਨ ਵਾਸਤੇ ਉੱਥੇ ਆ ਤੇ ਸ਼ਰਮ ਕਰਨ ਦੀ ਕੋਈ ਗੱਲ ਨਹੀਂ ਤੇ ਉਹ ਤੁਹਾਡੀ ਹੈਲਪ ਕਰਕੇ ਬੇਬੀ ਪੈਦਾ ਕਰ ਐਂਡ ਜਦੋਂ ਸਾਡੇ ਕੋਲ ਡਾਕਟਰ ਰੂਬੀ ਵਰਗੇ ਡਾਕਟਰ ਹੈਗੇ ਫਿਰ ਤਾਂ ਡਰਨ ਦੀ ਲੋੜ ਹੀ ਨਹੀਂ ਹੈ ਇੰਨੇ ਸਵੀਟ ਹੈ ਇੰਨੀ ਵਧੀਆ ਪਰਸਨੈਲਿਟੀ ਹੈ ਕਿ ਜਦੋਂ ਇਹਨਾਂ ਦੀ ਮੈਂ ਇੱਕ ਵੀਡੀਓ ਦੇਖੀ ਨਾ YouTube ਦੇ ਉੱਤੇ ਮੈਂ ਉਸੇ ਦਿਨ ਸੋਚਿਆ ਮੈਂ ਕਿਹਾ ਮੈਂ ਇਹਨਾਂ ਨੂੰ ਜ਼ਰੂਰ ਬੁਲਾਉਣਾ ਸ਼ੋਅ ਦੇ ਵਿੱਚ ਕਿਉਂਕਿ ਕਈ ਵਾਰੀ ਤੁਹਾਡੀ ਪਰਸਨੈਲਿਟੀ 'ਚ ਹੀ ਐਸਾ ਔਰਾ ਹੁੰਦਾ ਕਿ ਤੁਸੀਂ ਖੁਦ ਬ ਖੁਦ ਅਟਰੈਕਟ ਹੋ ਜਾਂਦੇ ਹੋ ਸੋ ਡਾਕਟਰ ਰੂਬੀ ਥੈਂਕ ਯੂ ਫॉर ਕਮਿੰਗ ਮੈਨੂੰ ਪਤਾ ਹੈ ਕਿ ਬਹੁਤ ਬਿਜ਼ੀ ਹੈ ਤੁਹਾਡਾ ਸਕੈਜੂਲ ਜਿਹੜਾ ਹੈਗਾ ਛੋਟੇ ਛੋਟੇ ਬੱਚਿਆਂ ਨੂੰ ਬੋਰਨ ਕਰਨਾ ਐਂਡ ਬੜੀ ਵਧੀਆ ਜੌਬ ਹੈਗੀ ਹੈ ਪਰ ਥੈਂਕ ਯੂ ਤੁਸੀਂ ਆਏ ਤੇ ਇੰਨੀ ਜ਼ਿਆਦਾ ਵਧੀਆ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ ਬਸ ਤੁਹਾਡਾ ਵੀ ਬਹੁਤ ਥੈਂਕ ਯੂ ਕਿ ਤੁਸੀਂ ਲੋਕਾਂ ਨੂੰ ਕਿੰਨੀ ਨੌਲੇਜ ਦੇ ਰਹੇ ਹੋ ਥੈਂਕ ਯੂ ਸੋ ਮਚ ਥੈਂਕ ਯੂ